ਸਵਾਗਤ ਹੈ ਜੀ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਵਿੱਚ ਲੈ ਕੇ ਖਾਸ ਖਬਰਾਂ ਤੇ ਉਹਨਾਂ ਨਾਲ ਚਰਚਾ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਮੇਰੇ ਸਹਿਯੋਗੀ ਜਲੰਧਰ ਤੋਂ ਜਸਵੀਰ ਜੀ। ਜਸਵੀਰ ਜੀ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ। बहुत बहुत शुक्रिया मनी और टीवी पंजाब देखने वाले तमाम व्यूवर्स ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੀ। ਜਸਵੀਰ ਦੀ ਗੱਲ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ ਸਿਆਸਤ ਤੋਂ। ਵੀ ਕਰੋਨਾ ਦੇ ਕਾਲ 'ਚ ਬਾਕੀ ਕੰਮ ਤਾਂ ਠੰਡੇ ਪਏ ਆ ਪਰ ਸਿਆਸਤ ਨਹੀਂ ਠੰਡੀ ਪੈ ਰਹੀ ਤੇ ਇਜਲਾਸ ਨੂੰ ਲੈ ਕੇ ਸਿਆਸਤ ਕਾਫੀ ਗਰਮਾਈ ਹੋਈ ਸੀ ਤੇ ਸੁਣਿਆ ਕਿ ਕੈਪਟਨ ਸਾਹਿਬ ਨੇ ਹੁਣ ਵਿਰੋਧੀ ਧਿਰਾਂ ਘੇਰ ਲਈਆਂ ਨੇ। दरअसल ਜਦੋਂ ਤੋਂ ਇੱਕ ਦਿਨ ਦੇ ਇਜਲਾਸ ਦੀ ਘੋਸ਼ਣਾ ਕੀਤੀ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ ਉਸੇ ਦਿਨ ਤੋਂ ਹੀ ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਸੀਗੀਆਂ। ਕਦੀ ਬੈਂਸ ਭਰਾ ਜਿਹੜੇ ਆ ਉਹ ਉਹਨਾਂ ਦੇ ਦੀਵਾਰ ਤੱਕ ਪਹੁੰਚ ਜਾਂਦੇ ਆ, ਕਦੀ ਆਮ ਆਦਮੀ ਪਾਰਟੀ ਕਹਿ ਦਿੰਦੀ ਹੈ ਕਿ ਅਸੀਂ ਸਿਸਮਾ ਵਾਲੇ ਫਾਰਮ ਹਾਊਸ ਦਾ ਘਿਰਾਓ ਕਰ ਦੇਣਾ, ਕਦੀ ਅਕਾਲੀ ਦਲ ਵੱਲੋਂ ਇਦਾਂ ਦੀਆਂ ਬਿਆਨਬਾਜ਼ੀਆਂ ਆਉਂਦੀਆਂ ਸੀਗੀਆਂ ਕਿ ਇਹ ਠੀਕ ਨਹੀਂ ਹੈ, ਇੱਕ ਦਿਨ ਦੇ ਇਜਲਾਸ ਦੇ ਵਿੱਚ ਗੱਲਾਂ ਸਾਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਚਰਚਾ ਲੰਬੀ ਕਰਨੀ ਲੋੜੀਂਦੀ ਹੈ, ਇਸ ਕਰਕੇ ਇਜਲਾਸ ਥੋੜਾ ਲੰਬਾ ਖਿੱਚਿਆ ਜਾਣਾ ਚਾਹੀਦਾ। ਹੁਣ ਇਹ ਸਾਰੀਆਂ ਗੱਲਾਂ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤਾ ਹੈ। ਜਵਾਬ ਬੜੇ ਤਿੱਖੇ ਤਰੀਕੇ ਨੇ ਦਿੱਤਾ ਆ। ਪਹਿਲਾਂ ਤਾਂ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹੀ ਕਹਿਤਾ ਕਿ ਗੰਦੀ ਸਿਆਸਤ ਕੀਤੀ ਜਾ ਰਹੀ ਹੈ ਵਿਰੋਧੀ ਧਿਰਾਂ ਦੇ ਵੱਲੋਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਜਿਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ। ਹੁਣ ਤਰਕ ਕਿਹੜੇ ਦਿੰਦੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ? ਆਮ ਆਦਮੀ ਪਾਰਟੀ ਨੂੰ ਤਰਕ ਇਹ ਦਿੰਦੇ ਆ ਕਿ ਭਾਈ ਜਿੱਦਾਂ ਦੀ ਐਮਰਜੈਂਸੀ ਦੀ ਸਥਿਤੀ ਹੈ, ਕੋਵਿਡ-19 ਦਾ ਖਤਰਾ ਆ, ਉਹਨਾਂ ਸਥਿਤੀਆਂ ਦੇ ਵਿੱਚ ਇਸ ਤਰੀਕੇ ਨਾਲ ਵੱਡੇ ਇਕੱਠ ਨੂੰ ਲੰਬਿਆਂ ਖਿੱਚਣ ਦਾ ਕੋਈ ਫਾਇਦਾ ਨਹੀਂ ਹੈ ਤੇ ਇਹਦੀ ਮੰਗ ਕਰਨਾ ਸਿੱਧੇ ਤੌਰ ਤੇ ਸਿਆਸਤ ਤੋਂ ਪ੍ਰੇਰਿਤ ਹੈ। ਜਦੋਂ ਸੁਖਬੀਰ ਬਾਦਲ ਹੋਰਾਂ ਦੀ ਗੱਲ ਕਰਦੇ ਉਹ ਕਹਿੰਦੇ ਸੁਖਬੀਰ ਬਾਦਲ ਹੋਰੀ ਹੁਣ ਤੱਕ ਕਹਿੰਦੇ ਆ ਕਿ ਸੈਸ਼ਨ ਲੰਬਾ ਬੁਲਾਇਆ ਜਾਵੇ, ਜਦਕਿ ਜਿਹੜਾ ਆ ਉਹ ਮਾਰਚ 2017 ਤੋਂ ਲੈ ਕੇ ਮਈ 2019 ਤੱਕ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਸੀਗੇ, ਜਦ ਤੱਕ ਉਹਨਾਂ ਨੇ ਸੰਸਦ ਦੀਆਂ ਚੋਣਾਂ ਨਹੀਂ ਲੜੀਆਂ ਸੀ, ਸੰਸਦ ਨਹੀਂ ਬਣੇ ਸੀਗੇ 2019 ਦੀਆਂ। ਉਹ ਤੋਂ ਪਹਿਲਾਂ 40 ਦਿਨ ਇਜਲਾਸ ਲੱਗਦਾ ਆ, ਵੱਖਰੇ ਵੱਖਰੇ ਸੈਸ਼ਨ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ 40 ਦਿਨ ਦਾ ਇਜਲਾਸ ਹੁੰਦਾ ਆ। ਉਹ ਕਹਿੰਦੇ ਉਹਨਾਂ 40 ਦਿਨਾਂ ਦੇ ਇਜਲਾਸ ਦੇ ਵਿੱਚ ਸੁਖਬੀਰ ਬਾਦਲ 16 ਦਿਨ ਹਾਜ਼ਰ ਰਿਹਾ। ਆ ਸਕੂਲਾਂ ਕਾਲਜਾਂ ਦੇ ਵਿੱਚ ਵੀ 75% ਹਾਜ਼ਰੀ ਜਿਹੜੀ ਹੈ ਲੋੜੀਂਦੀ ਹੁੰਦੀ ਹੈ ਜੇ ਤੁਸੀਂ ਰੋਲ ਨੰਬਰ ਲੈਣਾ ਆ ਫਾਈਨਲ ਪੇਪਰਾਂ ਦੇ ਵਿੱਚ ਬੈਠਣ ਲਈ, ਤੇ ਉਸ ਹਿਸਾਬ ਨਾਲ ਤਾਂ ਸੁਖਬੀਰ ਬਾਦਲ ਦੀ 75% ਹਾਜ਼ਰੀ ਬਣਦੀ ਨਹੀਂ ਆ। ਸੋ ਇਸ ਕਰਕੇ ਉਹ ਕਹਿੰਦੇ ਕਿ ਕਿੰਨੇ ਕੁ ਸੰਜੀਦਾ ਨੇ ਨਾ ਵਿਧਾਨ ਸਭਾ ਦੇ ਇਜਲਾਸਾਂ ਨੂੰ ਲੈ ਕੇ। ਇਸੇ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ 40 ਦਿਨਾਂ ਚੋਂ 16 ਦਿਨ ਉਹ ਹਾਜ਼ਰ ਹੋਏ ਆ ਵਿਧਾਨ ਸਭਾ ਦੇ ਵਿੱਚ, ਇਹਦਾ ਮਤਲਬ ਜੇ ਹੁਣ ਲੰਬੇ ਇਜਲਾਸ ਦੀ ਮੰਗ ਕਰਦੇ ਆ, ਇਹ ਸਿੱਧੇ ਤੌਰ ਤੇ ਸਿਆਸਤ ਤੋਂ ਪ੍ਰੇਰਿਤ ਹੈ, ਜਦਕਿ ਉਹ ਇਸ ਇਜਲਾਸ ਨੂੰ ਜਾਂ ਇਸ ਤੋਂ ਪਹਿਲਾਂ ਹੋਏ ਇਜਲਾਸਾਂ ਨੂੰ ਇਹਦੀ ਸੰਜੀਦਗੀ ਦੇ ਨਾਲ ਲੈਂਦੇ ਹੀ ਨਹੀਂ ਆ। ਸਪਸ਼ਟ ਰੂਪ ਦੇ ਵਿੱਚ ਕਿਹਾ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਤਿੱਖਾ ਪਲਟਵਾਰ ਹੈਗਾ ਆ, ਔਰ ਇਸ ਤਿੱਖੇ ਪਲਟਵਾਰ ਦਾ ਜਵਾਬ ਅੱਜ ਕੱਲ ਦੇ ਵਿੱਚ ਇਹ ਵਿਰੋਧੀ ਧਿਰਾਂ ਜ਼ਰੂਰ ਦੇਣਗੀਆਂ। ਸੁਖਬੀਰ ਬਾਦਲ ਹੋਰੀ ਦੇਣਗੇ, ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਏਗਾ, ਕਿ ਨਾਲ ਤੇ ਕਿਹੜੇ ਤਰਕ ਨਾਲ ਦਿੱਤਾ ਜਾਂਦਾ ਆ ਉਹ ਗੱਲ ਬਾਅਦ ਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਇੱਕ ਤਲਖ ਕਲਾਮੀ ਦੇ ਨਾਲ ਜਿਹੜਾ ਕਹਿ ਸਕਦੇ ਕਿ ਜਵਾਬ ਦਿੱਤਾ, ਔਰ ਤਰਕ ਦੇ ਨਾਲ ਜਵਾਬ ਦਿੱਤਾ ਕਿ ਜੇ ਤੁਸੀਂ ਜਦੋਂ ਇਜਲਾਸ ਲੱਗਦੇ ਸੀ ਉਦੋਂ ਆਪਣੀ ਹਾਜ਼ਰੀ ਯਕੀਨੀ ਨਹੀਂ ਬਣਾ ਸਕੇ ਵਿਧਾਨ ਸਭਾ ਦੇ ਵਿੱਚ, ਅੱਜ ਕਹਿੰਦੇ ਆ ਕਿ ਇਜਲਾਸ ਲੰਬਾ ਹੋਣਾ ਚਾਹੀਦਾ, ਤੇ ਸਾਫ਼ ਤੌਰ ਤੇ ਪਤਾ ਹੀ ਲੱਗਦਾ ਨਾ ਕਿ ਸਿਆਸਤ ਤੋਂ ਪ੍ਰੇਰਿਤ ਹੈ। ਪਰ ਘੱਟੋ ਘੱਟ ਇੱਕ ਗੱਲ ਲਾਜ਼ਮੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਸਮਝਣੀ ਪੈਗੀ ਕਿ ਇਹ ਇਜਲਾਸ ਜਿਹੜਾ ਆ ਤੁਸੀਂ ਇੱਕ ਦਿਨ ਦਾ ਬੁਲਾ ਰਹੇ ਹੋ, ਉਸ ਇੱਕ ਦਿਨ ਦੇ ਇਜਲਾਸ ਦੇ ਵਿੱਚ ਕਿਹੜਾ ਖੂਨ ਖੋਲਿਆ ਜਾਏਗਾ, ਜਾਂ ਸਿਰਫ ਤੇ ਸਿਰਫ ਜਿਹੜੀ ਆ ਉਹ ਇੱਕ ਦਿਨ ਦਾ ਇਜਲਾਸ ਬੁਲਾ ਕੇ ਸੰਵਿਧਾਨਕ ਮਜਬੂਰੀ ਨੂੰ ਹੀ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਪਸ਼ਟ ਸੰਕੇਤ ਜਿਹੜੇ ਉਹ ਮਿਲ ਜਾਂਦੇ ਆ, ਕਿਉਂਕਿ ਸਥਿਤੀਆਂ ਜਿਹੜੀਆਂ ਗੰਭੀਰ ਨੇ, ਇਹਨਾਂ ਗੰਭੀਰ ਸਥਿਤੀਆਂ ਦੇ ਵਿੱਚ ਲਾਜ਼ਮੀ ਹੈ ਕਿ ਤੁਸੀਂ ਚਰਚਾ ਕਰਨੀ ਆ। ਹੁਣ ਜੇ ਰਾਜਸਥਾਨ ਦੇ ਵਿੱਚ ਜਿਹੜਾ ਉੱਥੋਂ ਦੀ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾ ਸਕਦਾ ਆ, ਉੱਥੇ ਬਹੁਮਤ ਸਾਬਤ ਕਰਨ ਲਈ ਇਕੱਠੇ ਹੋ ਸਕਦੇ ਆ, ਉੱਥੇ ਤਾਂ 200 ਦੇ ਕਰੀਬ ਜਿਹੜੇ ਆ ਉਹ ਵਿਧਾਇਕ ਆ ਉਹ ਇਕੱਠੇ ਹੋ ਸਕਦੇ ਆ, ਉੱਥੇ ਸਥਿਤੀਆਂ ਇਦਾਂ ਦੀਆਂ ਹੋ ਸਕਦੀਆਂ। ਤੇ ਪੰਜਾਬ ਦੇ ਵਿੱਚ 117 ਵਿਧਾਇਕ ਕੀ ਨਹੀਂ ਵਿਧਾਨ ਸਭਾ ਦੇ ਵਿੱਚ ਬੈਠ ਸਕਦੇ? ਸੋਸ਼ਲ ਡਿਸਟੈਂਸਿੰਗ ਦਾ ਉੱਥੇ ਧਿਆਨ ਨਹੀਂ ਰੱਖਿਆ ਜਾ ਸਕਦਾ, ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਤੁਸੀਂ ਉੱਥੇ ਵੀ ਜਿਹੜਾ ਆ ਉਹ ਘੱਟੋ ਘੱਟ 2 3 4 ਦਿਨ ਦਾ ਜਿੰਨਾ ਇਜਲਾਸ ਹੋ ਸਕਦਾ ਕੀਤਾ ਜਾ ਸਕਦਾ ਹੈ। ਪਰ ਕਿਉਂਕਿ ਸਰਕਾਰ ਆ ਉਹਨੇ ਆਪਣੇ ਤਰੀਕੇ ਨਾਲ ਫੈਸਲੇ ਲੈਣੇ ਆ, ਔਰ ਉਸੇ ਤਰੀਕੇ ਨਾਲ ਹੀ ਸਾਰਾ ਕੁਝ ਹੋਣਾ ਆ। ਪਰ ਸਰਕਾਰ ਹੋਣ ਦੇ ਨਾਲ ਇਹ ਨਹੀਂ ਮੰਨ ਕੇ ਬੈਠ ਜਾਣਾ ਚਾਹੀਦਾ ਕਿ ਜੋ ਅਸੀਂ ਕਰ ਦਿੱਤਾ ਉਹੀ ਠੀਕ ਹੋਣਾ ਆ।
ਤੇ ਉਹੀ ਹੁਕਮ ਜਿਹੜਾ ਇਨ ਬਿਨ ਲਾਗੂ ਹੋਣਾ ਚਾਹੀਦਾ। ਕਿਸੇ ਨੂੰ ਵਿਰੋਧ ਦੇ ਵਿੱਚ ਆਵਾਜ਼ ਵੀ ਨਹੀਂ ਚੁੱਕਣੀ ਚਾਹੀਦੀ। ਵਿਰੋਧੀ ਪਾਰਟੀਆਂ ਦਾ ਇਹ ਫਰਜ਼ ਬਣਦਾ, ਇਹ ਹੱਕ ਬਣਦਾ ਕਿ ਜੇ ਉਹਨਾਂ ਨੂੰ ਲੱਗਦਾ ਕਿ ਸਰਕਾਰ ਦਾ ਕੋਈ ਫੈਸਲਾ ਗਲਤ ਹੈ ਤੇ ਉਹਨਾਂ ਨੇ ਉਹਦੇ ਵਿੱਚ ਨੁਕਤਾਚੀਨੀ ਕਰਨੀ ਹੀ ਕਰਨੀ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਵਿਧਾਨ ਸਭਾ ਦਾ ਇਜਲਾਸ ਲੰਬਾ ਹੋਣਾ ਚਾਹੀਦਾ ਤੇ ਉਹਨਾਂ ਨੇ ਮੰਗ ਕਰਨੀ ਹੀ ਕਰਨੀ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਜੇ ਸੁਖਬੀਰ ਬਾਦਲ ਦੇ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀਆਂ ਹਾਜ਼ਰੀਆਂ ਗਿਣਦੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹ ਤਰਕ ਦਿੰਦੇ ਆ, ਜਾਇਜ਼ ਬਣਦਾ। ਜੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਕਿ ਇਦਾਂ ਦੇ ਸੰਜੀਦਾ ਮਾਹੌਲ ਗੰਦੀ ਸਿਆਸਤ ਕਰ ਰਹੇ ਆ ਤੇ ਇਹ ਜਾਇਜ਼ ਬਣਦਾ। ਤੇ ਫਿਰ ਸਥਿਤੀਆਂ ਜਿਹੜੀਆਂ ਉਹ ਪਿੱਛੇ ਵੱਲ ਨੂੰ ਜਦੋਂ ਜਾਣਗੀਆਂ ਤੇ ਇਹੀ ਗੱਲਾਂ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵੀ ਜਾਣਗੀਆਂ, ਕਿਉਂਕਿ ਹਾਜ਼ਰੀਆਂ ਉਹਨਾਂ ਦੀਆਂ ਜਦੋਂ ਸੰਸਦ ਸੀ ਉਦੋਂ ਸੰਸਦ ਦੇ ਵਿੱਚ ਵੀ ਇਦਾਂ ਦੀਆਂ ਹੀ ਸੀਗੀਆਂ। ਫਿਰ ਸੁਖਬੀਰ ਬਾਦਲ ਉਹਨਾਂ ਦੀਆਂ ਸੰਸਦ ਵਾਲੀਆਂ ਹਾਜ਼ਰੀਆਂ ਕੱਢ ਕੇ ਕਹਿ ਸਕਦੇ ਕਿ ਤੁਸੀਂ ਕਿੰਨਾ ਕੁ ਸੰਜੀਦਾ ਲੈਂਦੇ ਸੀਗੇ, ਸੰਸਦ ਦੇ ਵਿੱਚ ਕਿੰਨਾ ਕੁ ਜਾਂਦੇ ਸੀਗੇ। ਜਦੋਂ MP ਚੁਣੇ ਗਏ ਸੀਗੇ, ਅੰਮ੍ਰਿਤਸਰ ਤੋਂ ਚੋਣ ਲੜੀ ਸੀਗੀ, ਅਰੁਣ ਜੇਤਲੀ ਨੂੰ ਹਰਾਇਆ ਸੀਗਾ, ਕਿੰਨਾ ਕੁ ਉੱਥੇ ਗਏ ਸੀਗੇ, ਤੁਸੀਂ ਆਪਣੀਆਂ ਹਾਜ਼ਰੀਆਂ ਦਾ ਹਿਸਾਬ ਦੇ ਦਿਓ। ਤੇ ਫਿਰ ਮੈਨੂੰ ਲੱਗਦਾ ਉੱਥੇ ਤਾਂ ਕੈਪਟਨ ਸਾਹਿਬ ਸੁਖਬੀਰ ਬਾਦਲ ਦੀ ਪਰਸੈਂਟੇਜ ਨਾਲੋਂ ਵੀ ਘੱਟ ਜਾਣੇ ਆ। ਸੋ ਇਸ ਕਰਕੇ ਸਿਆਸਤ ਸਾਰੇ ਕਰਦੇ ਆ, ਲੋਕਾਂ ਦੇ ਮੁੱਦਿਆਂ ਨਾਲ ਘੱਟ ਜੁੜਦੇ ਨਜ਼ਰ ਆ ਰਿਹਾ ਜੀ। ਵੈਸੇ ਵੀ ਜੇ ਦੇਖਿਆ ਜਾਵੇ ਤਾਂ ਇਸ ਵਕਤ ਜੇ ਪੰਜਾਬ ਦੀਆਂ ਜਿੰਨੀਆਂ ਸਿਆਸੀ ਧਿਰਾਂ ਆ, ਆਮ ਆਦਮੀ ਪਾਰਟੀ ਵੀ ਜੇ ਉਹ ਲੋਕਾਂ ਜਾ ਰਹੀ ਆ, ਧਰਨੇ ਦੇ ਰਹੀ ਆ, ਉਹਨਾਂ ਦੇ ਆਗੂ ਧਰਨਾ ਦੇ ਰਹੇ ਆ, ਅਕਾਲੀ ਦਲ ਵੱਲੋਂ ਵੀ ਧਰਨੇ ਲਾਏ ਜਾ ਰਹੇ ਆ, ਬੈਂਸ ਭਰਾ ਵੀ ਧਰਨੇ ਲਾ ਰਹੇ ਨੇ। ਤੇ ਦੂਜੇ ਪਾਸੇ ਜੇ ਸੱਤਾ ਧਿਰ ਦੀ ਗੱਲ ਕਰੀਏ, ਉਹ ਕਦੇ ਸਮਾਗਮ ਕਰਕੇ ਫੋਨ ਵੰਡ ਰਹੇ ਨੇ ਅਤੇ ਕਦੇ ਰਾਸ਼ਨ ਵੰਡ ਰਹੇ ਨੇ ਅਤੇ ਕਿਤੇ ਜਾਂ ਫਿਰ ਆਜ਼ਾਦੀ ਦੇ ਸਮਾਗਮ ਤੇ ਵੀ ਜਾ ਰਹੇ ਨੇ। ਸੋ ਤੁਰੇ ਤੇ ਸਾਰੇ ਫਿਰਦੇ ਨੇ। ਫਿਰ ਵਿਧਾਨ ਸਭਾ ਤੋਂ ਐਸੀ ਕਿਹੜੀ ਅਲਰਜੀ ਹੈ? ਕੱਲੇ ਇਹੀ ਥੋੜੀ ਹੁੰਦੇ ਆ ਜਿਹੜੇ ਕਦੀ ਦੂਲੋ ਦੇ ਘਰ ਮੋਹਰੇ ਜਾ ਕੇ ਧਰਨਾ ਲਾ ਕੇ ਬਹਿ ਜਾਂਦੇ। ਧਰਨਿਆਂ ਦੀ ਸਿਆਸਤ ਤਾਂ ਆਪ ਵੀ ਕਾਂਗਰਸ ਕਰਦੀ ਪਈ ਹੈ। ਕੱਲ ਦੂਲੋ ਦੇ ਘਰ ਮੋਹਰੇ ਕਾਂਗਰਸੀ ਧਰਨਾ ਲਾ ਕੇ ਬੈਠ ਗਏ ਸੀ। ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਮੋਹਰੇ ਧਰਨਾ ਲਾਉਣ ਚਲੇ ਗਏ ਸੀ। ਜਿੱਦਣ ਬਾਜਵਾ ਸਾਹਿਬ ਨੇ ਕਿਹਾ ਸੀਗਾ ਕੋਈ ਗੱਲ ਨਹੀਂ, ਮੈਂ ਇੰਨੀ ਤਰੀਕ ਤੱਕ ਪੰਜਾਬ 'ਚ ਹੋਣਾ ਆ, ਉਦੋਂ ਆ ਜਿਓ ਧਰਨਾ ਲਾਉਣ ਮੇਰੇ ਘਰ ਦੇ ਸਾਹਮਣੇ, ਮੈਂ ਉਦੋਂ ਗੱਲ ਕਰ ਲੂੰਗਾ ਤੁਹਾਡੇ ਨਾਲ। ਕਿ ਇਹ ਸਿਆਸਤ ਨਹੀਂ ਹੈ ਕਿ ਇੱਥੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਵਰਕਰਾਂ ਨੂੰ ਇਹ ਹੁਕਮ ਨਹੀਂ ਦੇ ਸਕਦੇ ਕਿ ਭਾਈ ਆਹ ਕੰਮ ਨਾ ਕਰੋ। ਦੇ ਸਕਦੇ ਆ ਪਰ ਨਹੀਂ ਦੇਣਾ, ਕਿਉਂਕਿ ਉਹਦੇ ਨਾਲ ਇਹਨਾਂ ਦੇ ਆਪਣੇ ਮਨੋਰਥ ਹੱਲ ਹੁੰਦੇ ਆ। ਕੈਪਟਨ ਸਾਹਿਬ ਦੇ ਵਿਰੋਧੀਆਂ ਨੂੰ ਜੇ ਉਹਨਾਂ ਦੇ ਆਪਣੇ ਵਰਕਰ ਘੇਰਦੇ ਆ ਤੇ ਉਹਨਾਂ ਤੋਂ ਸੌਖਾ ਹੋ ਜਾਂਦਾ ਕੰਮ, ਕਿ ਉਸ ਪਾਸੇ ਲੱਗਾ ਰਹਿੰਦਾ ਆ ਕੰਮ ਤੇ ਉਹਨਾਂ ਵੱਲ ਕੋਈ ਉਂਗਲ ਨਹੀਂ ਚੁੱਕਦਾ। ਲਾਜ਼ਮੀ ਤੌਰ ਤੇ ਬਣਦਾ ਹੈ ਕਿ ਜੇ ਫੋਨ ਵੰਡਣ ਲਈ ਇਕੱਠ ਹੋ ਸਕਦੇ ਆ, ਜੇ ਕੋਵਿਡ ਪੋਜ਼ਿਟਿਵ ਹੋਣ ਦੇ ਬਾਵਜੂਦ ਜਿਹੜਾ ਆ ਗੁਰਪ੍ਰੀਤ ਕਾਂਗੜ ਪਿੰਡ ਦੇ ਵਿੱਚ ਜਾ ਕੇ 15 ਅਗਸਤ ਦੇ ਸਮਾਗਮ ਕਰ ਸਕਦਾ ਆ, ਜੇ ਇਸ ਤੋਂ ਇਲਾਵਾ ਇਕੱਠ ਹੋ ਸਕਦੇ ਆ, ਮੀਟਿੰਗਾਂ ਹੋ ਸਕਦੀਆਂ, ਤੇ ਫਿਰ ਵਿਧਾਨ ਸਭਾ ਦੇ ਇਜਲਾਸ ਦੇ ਉੱਤੇ ਕਿੰਤੂ ਪ੍ਰੰਤੂ ਕਿਉਂ ਆ? ਹਾਂ, ਹੋ ਸਕਦਾ ਹੈ ਤੁਸੀਂ ਕੁਝ ਸ਼ਰਤਾਂ ਤੈਅ ਕਰ ਲਓ ਕਿ ਇਹਨਾਂ ਸ਼ਰਤਾਂ ਦੇ ਤਹਿਤ ਆਪਾਂ ਇਜਲਾਸ ਜਿਹੜਾ ਇੰਨੇ ਕੁ ਦਿਨ ਦਾ ਅੱਗੇ ਕਰ ਲੈਂਦੇ ਹਾਂ, ਜਿਹਦੇ ਨਾਲ ਨਿਯਮ ਵੀ ਬਰਕਰਾਰ ਰਹਿਣ, ਕੋਵਿਡ ਦੇ ਫੈਲਣ ਦਾ ਖਤਰਾ ਵੀ ਘੱਟ ਹੋਵੇ। ਹੁਣ ਪਹਿਲੀ ਗੱਲ ਤੇ 117 ਵਿਧਾਇਕਾਂ ਦੇ ਵਿੱਚੋਂ ਜਿੱਦਾਂ ਇੱਕ ਇੱਕ ਕਰਕੇ ਵਿਧਾਇਕ ਪੋਜ਼ਿਟਿਵ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਜਿਹੜਾ ਆ ਉਹ 100 ਵਿਧਾਇਕ ਵੀ ਜਿਹੜੇ ਇੱਕ ਦਿਨ ਦੇ ਇਜਲਾਸ ਦੇ ਵਿੱਚ ਮੌਜੂਦ ਰਹਿ ਪਾਏਗਾ, ਕਿਉਂਕਿ ਜਿੱਦਾਂ ਗਿਣਤੀ ਵੱਧਦੀ ਪਈ ਹੈ, ਜਿੱਦਾਂ ਦੀਆਂ ਪ੍ਰਸਥਿਤੀਆਂ ਬਣਦੀਆਂ ਪਈਆਂ। ਹੁਣ NK ਸ਼ਰਮਾ ਕੱਲ ਪੋਜ਼ਿਟਿਵ ਆ ਗਿਆ। NK ਸ਼ਰਮਾ ਜਿਹੜਾ ਆ ਉਹ ਬਕਾਇਦਾ ਧਰਨੇ ਦੇ ਵਿੱਚ ਸ਼ਾਮਲ ਸੀ ਜਦੋਂ ਘਨੌਰ ਦੇ ਵਿੱਚ ਲਾਇਆ ਸੀਗਾ। ਉਸ ਧਰਨੇ ਦੇ ਵਿੱਚ ਸੁਖਬੀਰ ਬਾਦਲ ਸ਼ਾਮਲ ਸੀਗਾ, ਹੁਣ ਹੋਰ ਵਿਧਾਇਕ ਵੀ ਸੀ ਉੱਥੇ। ਜੇ ਇਹ ਸਾਰਾ ਚੱਕਰ ਚੱਲਦਾ ਆ ਤੇ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਕਿੰਨਾ ਯਕੀਨ ਮੰਨ ਕੇ ਚੱਲੀਏ ਕਿ 117 ਦੇ 117 ਵਿਧਾਇਕ ਜਿਹੜੇ ਆ ਉਸ ਇਜਲਾਸ 'ਚ ਸ਼ਾਮਲ ਹੋਣਗੇ। ਖਹਿਰਾ ਸਾਹਿਬ ਦੇ ਉੱਤੇ ਵੈਸੇ ਸ਼ੰਕੇ ਰਹਿਣੇ ਆ ਕਿ ਉਹਨਾਂ ਨੇ ਜਾਣਾ ਜਾਂ ਨਹੀਂ ਜਾਣਾ, ਕਿਉਂਕਿ ਉਹ ਵਿਧਾਇਕ ਹੈਗੇ ਆ ਨਹੀਂ ਹੈਗੇ, ਇਹਨੂੰ ਲੈ ਕੇ ਅਜੇ ਵੱਖਰਾ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ। ਉਹ 116 ਉੱਦਾਂ ਰਹਿ ਜਾਂਦੇ ਆ। ਬਾਕੀਆਂ ਦੀਆਂ ਵੀ ਸਮੱਸਿਆਵਾਂ ਕੁਝ ਇਸੇ ਤਰੀਕੇ ਦੀਆਂ ਆ। ਬਲਦੇਵ ਸਿੰਘ ਜੈਤੋ ਹੋਰੀ ਜਾਂਦੇ ਆ ਜਾਂ ਨਹੀਂ ਜਾਂਦੇ, ਉਹਨਾਂ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਆ। ਨਾਜਰ ਸਿੰਘ ਮਾਨਸ਼ਾਹੀ ਆ ਤੇ ਅਮਰਜੀਤ ਸੰਦੋਆ, ਉਹ ਤਾਂ ਚਲੋ ਚਲੇ ਹੀ ਜਾਂਦੇ ਆ ਥੋੜਾ ਜਿਹਾ ਢੀਠ ਜਿਹਾ ਹੋ ਕੇ, ਕਿਉਂਕਿ ਕਾਂਗਰਸ ਵਾਲੇ ਪਾਸੇ ਹੁੰਗਾਰਾ ਮਾੜਾ ਮੋਟਾ ਮਿਲ ਜਾਂਦਾ ਉਹਨਾਂ ਨੂੰ, ਉਧਰਲੇ ਪਾਸੇ ਨੂੰ ਹੋ ਜਾਂਦੇ। ਬਹਿੰਦੇ ਆਮ ਆਦਮੀ ਪਾਰਟੀ ਵਾਲਿਆ ਗੱਲ ਕਾਂਗਰਸ ਦੀ ਕਰਦੇ। ਸੋ ਪ੍ਰਸਥਿਤੀਆਂ ਇਹ ਨੇ ਕਿ ਉਹਨਾਂ ਜਿਹੜਾ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਬੈਠਣ ਵਾਲੇ ਵਿਧਾਇਕਾਂ ਦੀ ਗਿਣਤੀ ਕਰੋਨਾ ਪੋਜ਼ਿਟਿਵ ਆਉਣ ਦੇ ਕਰਕੇ ਘਟਦੀ ਜਾ ਰਹੀ ਹੈ। ਤੇ ਤੁਸੀਂ ਫਿਰ ਵੀ ਦੁਹਾਈਆਂ ਦੇ ਰਹੇ ਹੋ ਕਿ ਨਹੀਂ, ਅਸੀਂ ਸੋਸ਼ਲ ਡਿਸਟੈਂਸਿੰਗ, ਅਸੀਂ COVID-19 ਦਾ ਕਰਕੇ ਸਿਰਫ ਇੱਕ ਦਿਨ ਦਾ ਇਜਲਾਸ ਰੱਖ ਰਹੇ ਹਾਂ। ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਕ ਵਾਰੀ ਮੁੜ ਵਿਚਾਰ ਵੀ ਕਰਨੀ ਪੈਗੀ ਇਹਦੇ ਤੇ। ਵੈਸੇ ਖੈਰ ਖਬਰ ਤੇ ਚਰਚਾ ਤਾਂ ਹੋ ਗਈ ਹੈ, ਪਰ ਮੈਂ ਫੇਰ ਵੀ ਇੱਕ ਸਲਾਹ ਲੈਣੀ ਚਾਹੁੰਦਾ ਕਿ ਜਾਂਦੇ ਜਾਂਦੇ ਜੇ ਆਪਾਂ ਸਰਕਾਰ ਨੂੰ ਇੱਕ ਸਲਾਹ ਵੀ ਦੇ ਸਕਦੇ ਹਾਂ ਕਿ ਚਲੋ ਜੇ 100 ਬੰਦਾ ਵਿਧਾਨ ਸਭਾ ਨਹੀਂ ਬੈਠ ਸਕਦਾ ਤਾਂ ਉੱਥੇ ਕਿਤੇ 2 ਬੱਸਾਂ ਖੜੀਆਂ ਕਰਕੇ ਉਹਦੇ ਵਿੱਚ ਸੈਸ਼ਨ ਲਾ ਸਕਦੇ, ਕਿਉਂਕਿ 52 ਸਵਾਰੀਆਂ ਬੱਸ 'ਚ ਬਹਿੰਦੀਆਂ ਨੇ ਤੇ ਬੱਸ 'ਚ ਇਸ ਵਕਤ ਪੂਰੀਆਂ ਸਵਾਰੀਆਂ ਬੈਠ ਸਕਦੀਆਂ ਨੇ। ਮੇਰੇ ਖਿਆਲ 104 ਬੰਦੇ ਤਾਂ ਸਾਰੀ ਜਾਊ ਇਹਨਾਂ ਦਾ। ਨਹੀਂ, ਬੱਸਾਂ 'ਚ ਤਾਂ ਖੜ ਕੇ ਵੀ ਜਾ ਰਿਹਾ, ਬੱਸਾਂ ਦੇ ਵਿੱਚ ਤਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ, ਇਕੱਲੀਆਂ ਸੀਟਾਂ ਨਹੀਂ ਹੈ,
ਉਹਨਾਂ 52 ਜੀ ਸੀਟਾਂ ਤੋਂ ਇਲਾਵਾ ਵਿੱਚ ਖੜ ਕੇ ਵੀ ਜਾ ਰਿਹਾ ਬੱਸਾਂ ਦੇ ਵਿੱਚ। ਸੋਸ਼ਲ ਮੀਡੀਆ ਫਰੋਲੋ ਤੁਸੀਂ, ਤੁਹਾਨੂੰ ਬਹੁਤ ਸਾਰੀਆਂ ਜੀ ਫੋਟੋ ਜਿਹੜੀਆਂ ਉਹ ਨਜ਼ਰ ਆ ਜਾਣਗੀਆਂ ਕਿ ਬੱਸਾਂ ਦੇ ਵਿੱਚ ਖੜੇ ਵੀ ਨੇ ਲੋਕੀ। ਉੱਥੇ ਸੋਸ਼ਲ ਜੀ ਡਿਸਟੈਂਸਿੰਗ ਦਾ ਧਿਆਨ ਨਹੀਂ। ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰ ਸਕਦੇ ਆ, ਬਹੁਤ ਸਾਰੀਆਂ ਜੀ ਫੈਕਟਰੀਆਂ ਮੈਂ ਦੇਖੀਆਂ ਆ, ਤੇ ਲਾਜ਼ਮੀ ਵੀ ਹੈ ਕਿ ਅਰਥ ਵਿਵਸਥਾ ਦਾ ਪਹੀਆ ਚੱਲਣਾ, ਉਹਨਾਂ ਮਜ਼ਦੂਰਾਂ ਰੋਟੀ ਦਾ ਜੁਗਾੜ ਵੀ ਕਰਨਾ। ਉੱਥੇ ਇਕੱਠ ਹੋ ਸਕਦੇ ਆ, ਉੱਥੇ ਉਹ ਕੰਮ ਤੇ ਲੱਗ ਸਕਦੇ ਆ। ਭਾਈ ਤੁਸੀਂ ਵੀ ਲੋਕਾਂ ਦੇ ਮਜ਼ਦੂਰ ਹੋ, ਚਾਹੇ ਜੀ ਸਰਕਾਰ ਹੈ, ਚਾਹੇ ਵਿਰੋਧੀ ਧਿਰ ਹੈ, ਤੇ ਚਾਹੇ ਚੁਣ ਕੇ ਗਏ ਆਜ਼ਾਦ ਜਾਂ ਕਿਸੇ ਛੋਟੀ ਵੱਡੀ ਪਾਰਟੀ ਦੇ ਵਿਧਾਇਕ ਨੇ, ਇੱਕ ਨੇ ਦੋ ਨੇ, ਉਹ ਲੋਕਾਂ ਦੇ ਮਜ਼ਦੂਰ ਨੇ। ਤੁਸੀਂ ਲੋਕਾਂ ਲਈ ਮਜ਼ਦੂਰੀ ਕਰਨੀ ਆ, ਲੋਕਾਂ ਲਈ ਕੰਮ ਕਰਨਾ, ਲੋਕਾਂ ਦੇ ਸੇਵਕ ਹੋ। ਤੇ ਕੀ ਤੁਸੀਂ ਉੱਥੇ ਜਾ ਕੇ ਇਹ ਕੰਮ ਨਹੀਂ ਕਰ ਸਕਦੇ ਕਿ ਜੇ ਲੋਕ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਹੈ ਤੇ ਉਹਨਾਂ ਲੋਕ ਮੁੱਦਿਆਂ ਤੇ ਚਰਚਾ ਕਰਨ ਲਈ 1 ਦਿਨ 2 ਦਿਨ 3 ਦਿਨ 4 ਦਿਨ ਦਾ ਇਜਲਾਸ ਜਿਹੜਾ ਉਹ ਲਗਾਤਾਰ ਬੁਲਾਇਆ ਨਹੀਂ ਜਾ ਸਕਦਾ। ਹਾਲਾਂਕਿ ਅਸੀਂ ਨਹੀਂ ਕਹਿੰਦੇ ਕਿ ਕੋਈ ਵੀ ਜਿਹੜੀ ਚੀਜ਼ ਆ, ਕੋਈ ਵੀ ਜਿਹੜੀ ਐਕਟੀਵਿਟੀ ਆ, ਉਹ ਕਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣੇ। ਪਰ ਜੇ ਤੁਹਾਡੇ ਧਰਨੇ ਕਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣ ਰਹੇ ਆ, ਤੁਹਾਡੀਆਂ ਮੀਟਿੰਗਾਂ ਕਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣ ਰਹੀਆਂ, ਤੁਹਾਡੇ 15 ਅਗਸਤ ਦੇ ਸਮਾਗਮ ਕਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣ ਰਹੇ ਆ, ਤੁਹਾਡਾ ਆਪਣੇ ਲੀਡਰਾਂ ਨੂੰ ਘਿਰਾਓ ਕਰਨ ਦੇ ਧਰਨੇ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਫੈਲਾਅ ਦਾ ਕਾਰਨ ਬਣ ਰਹੇ ਆ, ਤੇ ਫਿਰ ਵਿਧਾਨ ਸਭਾ ਦੇ ਇਜਲਾਸ ਬਾਰੇ ਕਿਉਂ ਚੁੱਪੀ ਧਾਰਦੇ ਹੋ, ਕਿਉਂ ਮੂੰਹ ਮੋੜਦੇ ਹੋ? ਜੀ ਜੀ ਬਿਲਕੁਲ। ਇਹ ਮੌਜੂਦਾ ਸਰਕਾਰਾਂ ਦੀ ਹਮੇਸ਼ਾ ਦੇਖਣ ਚ ਰਿਹਾ ਕਿ ਫਿਰਕਤ ਰਹੀ ਹੈ ਕਿ ਜਦੋਂ ਉਹ ਵਿਰੋਧ ਚ ਹੁੰਦੇ ਆ ਉਦੋਂ ਤਾਂ ਮੰਗ ਕਰਦੇ ਆ ਜੀ ਜਿੰਨਾ ਲੰਬਾ ਸੈਸ਼ਨ ਹੋ ਜਾਵੇ ਚੰਗਾ ਆ, ਪਰ ਜਦੋਂ ਖੁਦ ਸਰਕਾਰ ਬਣਦੀ ਹੈ ਤਾਂ ਫਿਰ ਉਹ ਤੋਂ ਭੱਜਦੇ ਆ। ਖੈਰ ਗੱਲ ਅੱਗੇ ਕਰਦੇ ਆ ਜਸਵੀਰ ਜੀ। ਆਮ ਕਰਕੇ ਜਦੋਂ ਕਲਾਕਾਰਾਂ ਨੂੰ ਜਾਂ ਕਿਸੇ ਸੈਲੀਬ੍ਰਿਟੀ ਨੂੰ ਜਾਂ ਕਿਸੇ ਸਟਾਰ ਨੂੰ ਪਾਰਟੀ ਵਿੱਚ ਲੈ ਕੇ ਆਂਦਾ ਜਾਂਦਾ ਤਾਂ ਇਸ ਕਰਕੇ ਲਿਆਂਦਾ ਜਾਂਦਾ ਬਈ ਚਲੋ ਪਾਰਟੀ ਨੂੰ ਕੁਝ ਫਾਇਦਾ ਹੋਊਗਾ, ਪਾਰਟੀ ਦੀ ਥੋੜੀ ਜਿਹੀ ਵੋਟ ਵਧੂਗੀ। ਪਰ ਸੁਣਿਆ ਗਗਨ ਅਨਮੋਲ ਨੇ ਪਾਰਟੀ ਨੂੰ ਮੁਸੀਬਤ ਚ ਪਾ ਦਿੱਤਾ। ਦਰਅਸਲ 13 ਜੁਲਾਈ ਨੂੰ ਗਗਨ ਅਨਮੋਲ ਮਾਨ ਜਿਹੜੀ ਹੈ, ਜਾਂ ਅਨਮੋਲ ਗਗਨ ਮਾਨ ਜਿਹੜੀ ਆ, ਕਿਉਂਕਿ 3 ਨਾਮ ਇਕੱਠੇ ਆ, ਇਹ ਜੀ ਗਾਇਕਾ ਆ, ਪੰਜਾਬੀ ਗਾਇਕਾ ਆ, ਇਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਸੀਗੀ। ਹੁਣ ਜੇ ਜੀ ਕਹਿ ਲਈਏ ਇਕੱਲੀ ਗਾਇਕਾ ਆ ਤੇ ਉਹ ਆਮ ਆਦਮੀ ਪਾਰਟੀ 'ਚ ਚਲੇ ਗਈ ਹੈ ਤੇ ਇੱਥੇ ਗੱਲ ਖਤਮ ਹੋ ਜਾਂਦੀ। ਇੰਨਾ ਨਹੀਂ ਆ, ਅਨਮੋਲ ਗਗਨ ਮਾਨ ਦਾ ਪਿਤਾ ਜਿਹੜਾ ਆ ਉਹ ਕਿਸੇ ਸਮੇਂ ਬਲਵੰਤ ਸਿੰਘ ਰਾਮੂਵਾਲੀਆ ਦੀ ਪਾਰਟੀ ਦੇ ਵਿੱਚ ਰਹਿ ਚੁੱਕਾ ਆ, ਚੋਣਾਂ ਲੜ ਚੁੱਕਾ ਆ, ਸਿਆਸੀ ਪਿੱਠ ਭੂਮੀ ਜਿਹੜੀ ਆ ਉਹ ਅਨਮੋਲ ਗਗਨ ਮਾਨ ਦੀ ਹੈਗੀ ਹੈ। ਸੋ ਉਹੀ ਕਿਤੇ ਨਾ ਕਿਤੇ ਹੈਗੀ ਆ, ਪੁੱਠਤ ਹੈਗੀ ਹੈ, ਜਾਂ ਕਿਤੇ ਨਾ ਕਿਤੇ ਉਹ ਪ੍ਰਭਾਵ ਹੈਗਾ ਪਰਿਵਾਰ ਦੇ ਵਿੱਚ ਸਿਆਸਤ ਵਾਲਾ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ। 13 ਜੁਲਾਈ ਨੂੰ ਪਾਰਟੀ ਜੁਆਇਨ ਕਰਾਈ ਜਾਂਦੀ ਚੰਡੀਗੜ੍ਹ ਦੇ ਵਿੱਚ, ਵੱਡੇ ਲੀਡਰ ਮੌਜੂਦ ਰਹਿੰਦੇ, ਹਰਪਾਲ ਚੀਮਾ ਹੋਰੀ ਮੌਜੂਦ ਰਹਿੰਦੇ ਆ, ਭਗਵੰਤ ਮਾਨ ਹੋਰੀ ਮੌਜੂਦ ਰਹਿੰਦੇ ਆ, ਵਿਧਾਇਕ ਆਮ ਆਦਮੀ ਪਾਰਟੀ ਦੇ ਉੱਥੇ ਮੌਜੂਦ ਰਹਿੰਦੇ ਆ। 30 ਦੇ ਕਰੀਬ ਬੰਦਿਆਂ ਦਾ ਇਕੱਠ ਜਿਹੜਾ ਉਹ ਕਹਿ ਸਕਦੇ ਕਿ ਉਹ ਕੀਤਾ ਗਿਆ ਸੀਗਾ। ਹੁਣ ਕੀ ਹੋਇਆ ਕਿ ਉਹ ਜਦੋਂ ਜੁਆਇਨਿੰਗ ਕਰਾਈ ਗਈ ਫਿਰ ਫੋਟੋਆਂ ਵੀ ਕਰਵਾਉਣੀਆਂ ਸੀਗੀਆਂ। ਕਲਾਕਾਰ ਬੰਦੇ ਨੂੰ ਫੋਟੋ ਵੀ ਮਾਸਕ ਪਵਾ ਕੇ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ, ਉਹਨੂੰ ਲੱਗਦਾ ਕਿ ਮਾਸਕ ਤੋਂ ਬਿਨਾਂ ਫੋਟੋ ਖਿੱਚੀ ਜਾਵੇ ਤੇ ਜ਼ਿਆਦਾ ਸੋਹਣੀ ਆਊਗੀ, ਮੇਰਾ ਚਿਹਰਾ ਤਾਂ ਦਿਸੇ ਘੱਟੋ ਘੱਟ। ਤੇ ਬਾਕੀ ਲੀਡਰਾਂ ਨੂੰ ਵੀ ਇਹੀ ਲੱਗਦਾ ਹੁੰਦਾ ਕਿ ਸਾਡੀ ਵੀ ਹਾਜ਼ਰੀ ਇੱਥੇ ਚਿਹਰਾ ਦਿਸੇ ਤੇ ਜਿਹੜੀ ਆ ਉਹ ਲੱਗਣੀ, ਅਖਬਾਰਾਂ 'ਚ ਫੋਟੋ ਲੱਗਣੀਆਂ, ਟੀਵੀ ਚੈਨਲਾਂ ਤੇ ਆਉਣੀਆਂ। ਬਹੁਤਿਆਂ ਨੇ ਮਾਸਕ ਪਾਏ ਨਹੀਂ ਸੀ, ਬਹੁਤਿਆਂ ਦੇ ਮਾਸਕ ਜਿਹੜੇ ਪਾਏ ਹੋਏ ਸੀਗੇ ਉਹ ਮੂੰਹ ਦੇ ਉੱਤੇ ਨਹੀਂ ਸੀ ਬਲਕਿ ਗਲੇ ਦੇ ਵਿੱਚ ਲਟਕਾਏ ਹੋਏ ਸੀਗੇ। ਗਗਨ ਅਨਮੋਲ ਮਾਨ ਨੇ ਤਾਂ ਮਾਸਕ ਪਾਇਆ ਹੀ ਨਹੀਂ ਸੀਗਾ। ਹਾਂ, ਇੱਕ ਗਮਛਾ ਜਿਹਾ ਜ਼ਰੂਰ ਗਲੇ ਦੇ ਵਿੱਚ ਪਾਇਆ ਸੀ, ਸਿਆਸੀ ਲੁੱਕ ਆਪਣੀ ਪੂਰੀ ਰੱਖੀ ਹੋਈ ਸੀਗੀ। ਹੁਣ ਉਸ ਸਾਰੇ ਦੀ ਵੀਡੀਓ ਦੇਖਣ ਤੋਂ ਬਾਅਦ, ਫੋਟੋਆਂ ਦੇਖਣ ਤੋਂ ਬਾਅਦ, ਇੱਕ ਵਕੀਲ ਧਰਮਪ੍ਰੀਤ ਸਿੰਘ ਬਾਜਵਾ ਉਹਨੇ ਹਾਈ ਕੋਰਟ 'ਚ ਪਟੀਸ਼ਨ ਪਾਤੀ। ਥੋੜਾ ਜਿਹਾ ਲੰਬਾ ਖਿੱਚਿਆ ਗਿਆ, ਉਹਨੇ ਦੁਬਾਰਾ ਫੇਰ ਜਿਹੜੀ ਆ ਉਹ ਅਪੀਲ ਕੀਤੀ ਜਦੋਂ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਹੁਣ ਪੁਲਿਸ ਨੂੰ ਨਿਰਦੇਸ਼ ਦਿੱਤੇ ਆ ਕਿ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਬਣਦੀ ਕਾਰਵਾਈ ਤੋਂ ਮਤਲਬ ਮਾਸਕ ਨਾ ਪਹਿਨਣ ਨੂੰ ਲੈ ਕੇ, ਸੋਸ਼ਲ ਡਿਸਟੈਂਸਿੰਗ ਨਾ ਅਖਤਿਆਰ ਕਰਨ ਨੂੰ ਲੈ ਕੇ, ਵੱਡੇ ਇਕੱਠ ਕਰਨ ਨੂੰ ਲੈ ਕੇ, ਕਿਉਂਕਿ ਉਹਨੇ ਮਿੰਨੀ ਰੈਲੀ ਦਾ ਰੂਪ ਦਿੱਤਾ ਪਟੀਸ਼ਨਰ ਨੇ ਇਸ ਇਕੱਠ ਨੂੰ। ਉਹ ਕਹਿੰਦਾ 30 ਦੇ ਕਰੀਬ ਬੰਦੇ ਇਕੱਠੇ ਹੋਏ ਆ, ਇਹ ਕੋਈ ਪ੍ਰੈਸ ਕਾਨਫਰੰਸ ਥੋੜੀ ਹੈ, ਇਹ ਤਾਂ ਮਿੰਨੀ ਰੈਲੀ ਕੀਤੀ ਗਈ ਆ। ਉਹਦੇ ਤੋਂ ਬਾਅਦ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਆ ਕਿ ਜੋ ਬਣਦੀ ਕਾਰਵਾਈ ਆ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ। ਸੋ ਪਰਚੇ ਦਰਜ ਹੋਣਗੇ, ਕੋਈ ਸ਼ੱਕ ਨਹੀਂ ਹੈ। ਇਹਨਾਂ ਪਰਚਿਆਂ ਦੇ ਵਿੱਚ ਸ਼ੁਮਾਰ ਹੋਏਗਾ ਭਗਵੰਤ ਮਾਨ ਦਾ ਨਾਮ ਵੀ, ਹਰਪਾਲ ਚੀਮੇ ਦਾ ਵੀ, ਮੀਤ ਹੇਅਰ ਵੀ ਬਿਨਾਂ ਮਾਸਕ ਤੋਂ ਜਿਹੜਾ ਆ ਉੱਥੇ ਘੁੰਮਦਾ ਆ। ਗਗਨ ਅਨਮੋਲ ਮਾਨ ਤਾਂ ਮਾਸਕ ਨਜ਼ਰ ਹੀ ਨਹੀਂ ਨਾ ਆਉਂਦੇ। ਇਹ ਪਹਿਲੀ ਵਾਰੀ ਨਹੀਂ ਹੋਇਆ। ਇਸ ਤੋਂ ਪਹਿਲਾਂ ਜਦੋਂ ਸਾਈਕਲ ਰੈਲੀ ਕੀਤੀ ਸੀ ਸਿਮਰਜੀਤ ਸਿੰਘ ਬੈਂਸ ਨੇ ਨਾ, ਉਦੋਂ ਵੀ ਮਾਸਕ ਨਾ ਪਾਉਣ ਦਾ ਕਰਕੇ ਪਹਿਲਾਂ ਵਿੱਚ ਪਰਚਾ ਦਰਜ ਹੋਇਆ ਸੀਗਾ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਦਾ ਕਰਕੇ। ਉਦੋਂ ਬਾਅਦ ਮਟੌਰ ਥਾਣੇ ਦੇ ਵਿੱਚ ਜਾ ਕੇ ਵੀ ਇਹ ਸੇਮ ਪਰਚਾ ਜਿਹੜਾ ਆ ਇਸੇ ਤਰੀਕੇ ਨਾਲ ਉਹਨਾਂ ਦੀ ਸਾਈਕਲ ਰੈਲੀ ਦੇ ਦਰਮਿਆਨ ਹੀ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ। ਤੇ ਮੈਨੂੰ ਲੱਗਦਾ ਕਿ ਚਰਨਜੀਤ ਚੰਨੀ ਦੇ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਉਹ ਵੀ ਬਿਨਾਂ ਮਾਸਕ ਤੋਂ ਆਏ ਸੀਗੇ।
ਜਦੋਂ ਜੀ ਇੱਥੇ ਫੋਨ ਵੰਡਣ ਲਈ ਜਲੰਧਰ ਦੇ ਵਿੱਚ ਆਏ ਸੀਗੇ। ਸ਼ਿਕਾਇਤ ਤਾਂ ਉਹਨਾਂ ਦੀ ਵੀ ਹੋਈ ਸੀਗੀ, ਉਦੋਂ ਵੀ ਥੋੜਾ ਜਿਹਾ ਫੋਟੋਆਂ ਛਪੀਆਂ ਸੀ ਅਖਬਾਰਾਂ ਦੇ ਵਿੱਚ, ਕੁਝ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ। ਉਸ ਪਾਸੇ ਜੀ ਤੱਕ ਅਜੇ ਕੋਈ ਨੰਨਾ ਨਹੀਂ ਧਰਿਆ ਗਿਆ। ਉਹ ਕਹਿੰਦੇ ਨਾ, ਸਈਆਂ ਭੈ ਕੋਤਵਾਲ ਤੋਂ ਅਬ ਡਰ ਕਾਹੇ ਕਾ। ਜੇ ਆਪਣੀ ਜੀ ਸਰਕਾਰ ਆ ਤਾਂ ਫਿਰ ਕੋਈ ਪਰਵਾਹ ਨਹੀਂ ਆ, ਤੇ ਜੀ ਜਿਹੜੀਆਂ ਵਿਰੋਧੀ ਧਿਰਾਂ ਆ ਤੇ ਫਿਰ ਉਹਨਾਂ ਦੇ ਉੱਤੇ ਫਿਰ ਏਦਾਂ ਦੇ ਪਰਚੇ ਵੀ ਦਰਜ ਕਰ ਲੈਣੇ। ਤੇ ਜੇ ਕੋਈ ਮਾੜਾ ਮੋਟਾ ਗਰੀਬ ਗੁਰਬਾ ਆ, ਉਹਨੂੰ ਕੋਈ ਗੱਲ ਨਹੀਂ, ਚੌਂਕਾਂ ਤੇ ਘੇਰਨ ਦੇ ਲਈ ਪੁਲਿਸ ਖੜੀ ਆ। 500 ਰੁਪਏ ਦਾ ਮਾਸਕ ਦਾ ਚਲਾਨ ਕੱਟ ਦੇਣਾ, ਜੇਬ ਢਿੱਲੀ ਕਰਾ ਲੈਣੀ ਆ, ਅਗਲੇ ਨੂੰ ਤੁਰਦਾ ਕਰਨਾ ਹੈ। ਜੀ ਜੀ ਬਿਲਕੁਲ। ਮੇਰੇ ਖਿਆਲ ਨਾਲ ਉਸ ਦਿਨ ਭਗਵੰਤ ਮਾਨ ਵੀ ਸੀਗੇ, ਔਰ ਜਿੱਥੋਂ ਤੱਕ ਮੇਰਾ ਖਿਆਲ ਹੈ ਜਾਂ ਮੈਨੂੰ ਯਾਦ ਹੈ, ਉਹ ਪ੍ਰੈਸ ਕਾਨਫਰੰਸ ਉਹ 'ਚ ਜਰਨੈਲ ਸਿੰਘ ਵੀ ਹੋਣੀ ਸੀਗੇ, ਜਿਹੜੇ ਇਸ ਵਕਤ ਦਿੱਲੀ ਤੋਂ ਆਏ ਹੋਏ ਨੇ, ਖਾਸ ਕਰਕੇ ਇੱਥੇ। ਬਿਲਕੁਲ, ਬਹੁਤੇ ਲੀਡਰਾਂ ਦੇ ਮਾਸਕ ਗਲਾਂ ਦੇ ਵਿੱਚ ਉਂਝ ਹੀ ਲਟਕਾਏ ਹੋਏ ਸੀ, ਜਾਂ ਕਹਿ ਲਓ ਕਿ ਫੋਟੋ ਕਰਵਾਉਣ ਲੱਗੇ ਉਹਨਾਂ ਨੇ ਗਲੇ 'ਚ ਲਟਕਾ ਲਏ, ਜਾਂ ਕੈਮਰੇ ਨੂੰ ਜੀ ਦੇਖ ਕੇ ਥੋੜਾ ਜਿਹਾ ਵੈਸੇ ਵੀ ਲੱਗਦਾ ਹੁੰਦਾ ਕਿ ਮੇਰਾ ਚਿਹਰਾ ਮੋਰਾ ਥੋੜਾ ਪੂਰੇ ਤਰੀਕੇ ਨਾਲ ਨਜ਼ਰ ਆਉਣਾ ਚਾਹੀਦਾ। ਜਾਂ ਵੈਸੇ ਜੀ ਬੇਪਰਵਾਹੀਆਂ ਜਿਹੜੀਆਂ ਹੈਗੀਆਂ ਨੇ ਨਾ ਸਾਡੇ ਲੀਡਰਾਂ ਦੇ ਵਿੱਚ, ਉਹ ਬੇਪਰਵਾਹੀਆਂ ਇਸ ਜੀ ਵੇਲੇ ਮਹਿੰਗੀਆਂ ਵੀ ਪੈਂਦੀਆਂ ਨਜ਼ਰ ਆ ਰਹੀਆਂ ਨੇ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪ੍ਰਸਥਿਤੀਆਂ ਇਸ ਸਮੇਂ ਆਮ ਆਦਮੀ ਪਾਰਟੀ ਲਈ ਤਾਂ ਜ਼ਰੂਰ ਚਿੰਤਾਜਨਕ ਹੈਗੀਆਂ ਨੇ। ਵੈਸੇ ਭਗਵੰਤ ਮਾਨ ਹੋਰੀ ਪਹਿਲੇ ਕਹਿ ਚੁੱਕੇ ਆ, ਉਹ ਕਹਿੰਦੇ ਅਕਾਲੀ ਦਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਹਨਾਂ ਦੇ ਉੱਤੇ ਕੋਈ ਪਰਚੇ ਨਹੀਂ ਦਰਜ ਕੀਤੇ ਜਾਂਦੇ ਜਦੋਂ ਇਦਾਂ ਦਾ ਮਾਮਲਾ ਆਉਂਦਾ ਆ। ਸਾਡੇ ਤੇ ਪਰਚੇ ਜੀ ਦਰਜ ਕੀਤੇ ਜਾਂਦੇ ਆ, ਕਿਉਂਕਿ ਕੈਪਟਨ ਸਾਹਿਬ ਦੀ ਮਿਲੀ ਭੁਗਤ ਆ, ਔਰ ਮੁੱਖ ਵਿਰੋਧੀ ਧਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਅਕਾਲੀ ਦਲ ਨੂੰ ਬਣਾਉਣੀ ਚਾਹੁੰਦੇ ਆ, ਕਿਉਂਕਿ ਇਹਨਾਂ ਦੀ ਸਾਂਝੀਵਾਲਤਾ, ਇਹਨਾਂ ਦਾ ਆਪਣਾ ਭਾਈਚਾਰਾ ਅੰਦਰ ਖਾਤੇ ਜਿਹੜਾ ਉਹ ਬਣਾਇਆ ਹੋਇਆ। ਫਿਲਹਾਲ ਦੇਖਦੇ ਹਾਂ ਹੁਣ ਜੀ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਹੈ, ਇਹਦੇ ਤੇ ਸਿਆਸਤ ਜਿਹੜੀ ਆ ਉਹ ਕਿੰਨੀ ਕੁ ਹੁੰਦੀ ਆ। ਨਾਲ ਦੀ ਨਾਲ ਜੀ ਆਪਾਂ ਮਨਦੀਪ ਜੀ ਥੋੜਾ ਜਿਹਾ ਕੈਨੇਡਾ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਇਸੇ ਤਰੀਕੇ ਦਾ ਰੌਲਾ ਗੋਲਾ ਤੇ ਸਿਆਸੀ ਘੋਜ ਮਚੋਲਾ ਜਿਹੜਾ ਉਹ ਚੱਲਦਾ ਹੀ ਰਹਿੰਦਾ। ਕੈਨੇਡਾ ਦੇ ਵਿੱਚ ਬਹੁਤ ਜੀ ਗੰਭੀਰ ਮਾਮਲੇ ਕਈ ਸਾਹਮਣੇ ਆ ਚੁੱਕੇ ਆ, ਔਰ ਪਤਾ ਲੱਗਾ ਕਿ ਉੱਥੇ ਜਿਹੜੇ ਆ ਪੰਜਾਬੀ ਨੌਜਵਾਨ ਕੁਝ ਏਦਾਂ ਦੀਆਂ ਗੱਲਾਂ ਜਾਂ ਏਦਾਂ ਦੀਆਂ ਹਰਕਤਾਂ ਕਰਦੇ ਅਕਸਰ ਨਜ਼ਰ ਆ ਜਾਂਦੇ ਆ, ਜਿਹਦੇ ਨਾਲ ਲੱਗਦਾ ਕਿ ਨਹੀਂ, ਆਹ ਸਾਰਾ ਕੁਝ ਘੱਟੋ ਘੱਟ ਇੱਥੇ ਤਾਂ ਨਹੀਂ ਹੋਣਾ ਚਾਹੀਦਾ, ਇੱਥੇ ਨਹੀਂ ਕੀਤਾ ਜਾਣਾ ਚਾਹੀਦਾ। ਔਰ ਏਦਾਂ ਹੀ ਇੱਕ ਮਾਮਲੇ ਦੇ ਵਿੱਚ ਜਿਹੜੀ ਬਰੈਂਪਟਨ ਦੀ ਪੁਲਿਸ ਆ, ਉਹਨੇ 3 ਮੁੰਡਿਆਂ ਦੇ ਉੱਤੇ ਜਿਹੜਾ ਉਹ ਕੇਸ ਦਰਜ ਕੀਤਾ। ਪਤਾ ਲੱਗਾ ਉਹਨਾਂ ਦੇ ਕੋਲ ਅਸਲਾ ਵੀ ਬਰਾਮਦ ਹੋਇਆ ਹੈ। ਜੀ ਬਿਲਕੁਲ ਜੀ। ਅਸਲ 'ਚ ਉਹ ਜਿਹੜੀ ਘਟਨਾ ਆ ਉਹ 15 ਅਗਸਤ ਨੂੰ ਵਾਪਰੀ ਸੀ, ਪਰ ਜਿਹੜੀ ਇੱਥੇ ਦੀ ਪੁਲਿਸ ਹੈ ਇਹਦਾ ਕੰਮ ਕਰਨ ਦਾ ਤਰੀਕਾ ਥੋੜਾ ਜਿਹਾ ਵੱਖਰਾ ਆ। ਇੱਥੇ ਜਿਹੜੀ ਪੁਲਿਸ ਆ ਜਦੋਂ ਪਰਚਾ ਦਰਜ ਕਰਦੀ ਆ ਤਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਜਿਹੜਾ ਉਹ ਜਾਂਚ ਕਰਦੀ ਆ। ਸੋ 3 ਦਿਨ ਲਏ ਪੁਲਿਸ ਨੇ, ਤੇ ਅੱਜ ਪੁਲਿਸ ਨੇ ਸਵੇਰੇ ਇਹ ਜਾਣਕਾਰੀ ਜਾਰੀ ਕੀਤੀ ਸੀਗੀ। ਅਸਲ 'ਚ ਕੁਝ ਲੋਕਾਂ ਨੇ ਉਸ ਦਿਨ ਪੁਲਿਸ ਨੂੰ ਫੋਨ ਕੀਤਾ ਸੀ, ਕਿਉਂਕਿ ਜਦੋਂ ਕੈਨੇਡਾ ਦੇ ਵਿੱਚ 15 ਅਗਸਤ ਹੁੰਦੀ ਆ ਤਾਂ ਕੁਝ ਲੋਕ ਜਿਹੜੇ ਆ ਭਾਰਤ ਵਿਰੋਧੀ ਪ੍ਰਦਰਸ਼ਨ ਕਰਦੇ ਨੇ, ਕੁਝ ਹੱਕ 'ਚ ਕਰਦੇ ਨੇ। ਸੋ ਕੁਝ ਏਦਾਂ ਹੀ ਜੋ ਦਾਅਵਾ ਕੀਤਾ ਜਾ ਰਿਹਾ, ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹੀ ਮਾਮਲਾ ਸੀ, ਕਿਉਂਕਿ ਪੁਲਿਸ ਨੇ ਸਿਰਫ ਸਿੱਧੀ ਜਾਣਕਾਰੀ ਦਿੱਤੀ ਆ। ਪਰ ਉੱਥੇ ਦੇ ਕੁਝ ਲੋਕਾਂ ਦਾ ਦੱਸਣਾ ਹੈ ਕਿ ਇਹ ਜਿਹੜੇ ਨੌਜਵਾਨ ਸੀ, ਜਦੋਂ ਕੁਝ ਲੋਕ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਦੇ ਨੇੜੇ ਤੇੜੇ ਥੋੜਾ ਜਿਹਾ ਆਕਰਾਮਕ ਹੋ ਕੇ ਘੁੰਮ ਰਹੇ ਸੀ, ਤੇ ਕਿਸੇ ਨੇ ਇਹਨਾਂ ਕੋਲ ਅਸਲਾ ਵੀ ਦੇਖ ਲਿਆ ਕਿ ਇਹਨਾਂ ਦੀ ਕਾਰ 'ਚ ਅਸਲਾ, ਤੇ ਉਹਨਾਂ ਦੇ ਤੁਰੰਤ ਜਿਹੜੀ ਆ ਪੁਲਿਸ ਨੂੰ ਫੋਨ ਕਰ ਦਿੱਤਾ। ਤੇ ਪੁਲਿਸ ਨੇ ਫਿਰ ਜਿਹੜੇ ਪਲਾਜ਼ੇ 'ਚ ਮੌਜੂਦ ਸੀ, ਉਸ ਪਲਾਜ਼ੇ ਵਿੱਚ ਪੁਲਿਸ ਨੇ ਘੇਰਾ ਪਾ ਲਿਆ, ਤੇ ਤਕਰੀਬਨ 8 ਨੌਜਵਾਨ ਜਿਹੜੇ ਸੀ ਉਸ ਦਿਨ ਪੁਲਿਸ ਨੇ ਪਹਿਲਾਂ ਤਾਂ, ਜਿਵੇਂ ਪੁਲਿਸ ਦਾ ਇੱਥੇ ਤਰੀਕਾ ਹੈ, ਉਹਨਾਂ ਨੇ ਲੰਮੇ ਪਾ ਕੇ ਹੱਥਕੜੀਆਂ ਲਾ ਕੇ ਉਸ ਤੋਂ ਬਾਅਦ ਉਹ ਗ੍ਰਿਫਤਾਰ ਕਰਕੇ ਲੈ ਗਏ। ਤੇ ਅੱਜ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ 8 ਵਿੱਚੋਂ 5 ਉੱਤੇ ਜਿਹੜਾ ਵਾ ਪਰਚਾ ਦਰਜ ਹੋਇਆ। ਜਿਹੜੇ ਮੁੰਡਿਆਂ ਦੇ ਨਾਮ ਨੇ, ਬਹੁਤਿਆਂ ਪਿੱਛੇ ਸਿੰਘ ਲੱਗਦਾ, ਜਿਸ ਤੋਂ ਪਤਾ ਲੱਗਦਾ ਕਿ ਇਹ ਪੰਜਾਬੀ ਨੇ। ਹਾਲਾਂਕਿ ਪੁਲਿਸ ਵੱਲੋਂ ਇਹਨਾਂ ਦਾ ਸਟੇਟਸ ਕੀ ਆ, ਇੱਥੇ ਦੇ ਜੰਪਲ ਨੇ, ਜਾਂ ਇਹ ਤਾਜ਼ਾ ਭਾਰਤ ਤੋਂ ਆਏ ਨੇ, ਜਾਂ ਫਿਰ ਕਿਹੜੀ ਕੌਮ ਨਾਲ ਸੰਬੰਧ ਰੱਖਦੇ ਨੇ, ਏਦਾਂ ਦੀ ਜਾਣਕਾਰੀ ਪੁਲਿਸ ਇੱਥੇ ਨਹੀਂ ਦਿੰਦੀ। ਸਿਰਫ ਉਹਨਾਂ ਦੇ ਨਾਮ ਤੇ ਉਮਰ ਜਿਹੜੀ ਆ ਜਾਰੀ ਕੀਤੀ ਗਈ ਆ, ਜਿਹਦੇ ਵਿੱਚੋਂ 4 ਜਣਿਆਂ ਦੀ ਉਮਰ ਜਿਹੜੀ ਉਹ 20-22 ਸਾਲ ਦੇ ਕਰੀਬ ਆ, ਤੇ ਇੱਕ ਵਿਅਕਤੀ ਇਹਨਾਂ ਚੋਂ 40 ਸਾਲ ਦਾ ਆ। ਸੋ ਹੁਣ ਦੇਖਣਾ ਇਹ ਬਣਦਾ ਕਿ ਜਦੋਂ ਜਾਂਚ ਹੋਊਗੀ ਫਿਰ ਅੱਗੇ ਆਊਗਾ ਕਿ ਆਖਰਕਾਰ ਮਾਮਲਾ ਕੀ ਸੀ, ਇਹ ਕਿਹੜੀ ਧਿਰ ਦੇ ਲੋਕ ਸੀਗੇ, ਜਾਂ ਕਿਉਂ ਉੱਥੇ ਪਹੁੰਚੇ ਸੀ। ਇੱਕ ਇਹਨਾਂ ਕੋਲੋਂ ਪਿਸਤੌਲ ਜਾਂ ਕਹਿ ਲਓ ਹੈਂਡਗਨ ਬਰਾਮਦ ਹੋਈ ਹੈ, ਜਿਹੜੀ ਲੋਡਡ ਸੀਗੀ, ਉਹਦੇ ਵਿੱਚ ਗੋਲੀਆਂ ਮੌਜੂਦ ਸੀਗੀਆਂ, ਤੇ ਜਿਹਨੂੰ ਆਧਾਰ ਬਣਾ ਕੇ ਪੁਲਿਸ ਨੇ ਇਹਨਾਂ ਨੂੰ ਚਾਰਜ ਕੀਤਾ ਆ। ਸੋ ਹੁਣ ਦੇਖਣਾ ਇਹ ਬਣਦਾ ਕਿ ਅਗਲੇ ਮਾਮਲੇ ਵਿੱਚ ਜਾਂ ਅਗਲੀ ਜਾਂਚ ਕੀ ਸਾਹਮਣੇ ਆਉਂਦਾ, ਕਿ ਇਹ ਹਲਕੀ ਉਮਰ ਦੇ ਨੌਜਵਾਨ ਸੀ, ਇਹਨਾਂ ਨੂੰ ਕੋਈ ਆਪਣੇ ਆਪ ਲੈ ਕੇ ਆਇਆ, ਆਪਣੇ ਆਪ ਆਏ ਨੇ, ਜਾਂ ਕੋਈ ਭੜਕਾ ਕੇ ਲੈ ਕੇ ਆਇਆ, ਜਾਂ ਕੋਈ ਸਿਖਾ ਕੇ ਲੈ ਕੇ ਆਇਆ, ਜਾਂ ਫਿਰ ਦੋਸ਼ੀ ਨੇ, ਨਹੀਂ ਤਾਂ ਹੁਣ ਜਾਂਚ ਪਤਾ ਲੱਗੂਗਾ। ਪਰ ਫਿਲਹਾਲ ਇਸ ਮਾਮਲੇ ਦੀ ਚਰਚਾ ਕਾਫੀ ਅੱਜ ਕੈਨੇਡਾ ਵਿੱਚ ਹੋ ਰਹੀ ਹੈ ਕਿ ਪੰਜਾਬੀ ਭਾਈਚਾਰੇ ਜਿਹੜੇ 5 ਨੌਜਵਾਨ ਨੇ ਉਹ ਇਸ ਮਾਮਲੇ 'ਚ ਜਿਹੜੇ ਚਾਰਜ ਹੋਏ ਆ। ਮਨਦੀਪ ਜੀ, ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਇਹ ਨੌਜਵਾਨ ਗ੍ਰਿਫਤਾਰ ਕੀਤੇ ਗਏ, ਇਹਨਾਂ ਦੇ ਵਿੱਚ 4 ਦੀ ਉਮਰ ਜਿਹੜੀ ਆ 20-22 ਸਾਲ ਦੇ ਦਰਮਿਆਨ ਜਿਹੜੀ ਆ ਦੱਸੀ ਜਾ ਰਹੀ ਹੈ।
ਹੁਣ ਜੀ ਇੱਕ ਖਬਰ ਇਹਦੇ ਨਾਲ ਮਿਲਦੀ ਹੋਰ ਵੀ ਹੈ ਕਿ 16 ਸਾਲਾਂ ਦੇ ਦੋ ਜਿਹੜੇ ਆ ਉਹ ਨੌਜਵਾਨ, ਕਹਿ ਸਕਦੇ ਨੌਜਵਾਨੀ 'ਚ ਪੈਰ ਧਰਦੇ ਮੁੰਡੇ ਜਿਹੜੇ ਆ ਉਹ ਵੀ ਗ੍ਰਿਫਤਾਰ ਕੀਤੇ ਗਏ। ਪਿਛਲੇ ਦਿਨੀ ਇੱਕ ਵਿਦਿਆਰਥੀ ਦਾ ਕਤਲ ਕੀਤਾ ਗਿਆ। ਜੀ ਅਸਲ 'ਚ ਬੀਤੇ ਦਿਨੀ ਇੱਥੇ ਜੇ ਇੱਕ 22 ਸਾਲ ਦਾ ਨੌਜਵਾਨ ਸੀ, ਗੁਰਸਿੱਖ ਨੌਜਵਾਨ ਸੀ, ਆਪਣਾ ਸਟੂਡੈਂਟ ਆਇਆ ਸੀ। ਉਹ ਪਹਿਲਾਂ ਕੰਮ ਤੋਂ ਆ ਕੇ ਫਿਰ ਉਹ ਗੁਰੂ ਘਰ ਮੱਥਾ ਟੇਕਣ ਗਿਆ ਔਰ ਉੱਥੋਂ ਗੁਰੂ ਘਰ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ, ਇੱਥੇ ਉਹ ਰਹਿੰਦਾ ਸੀ। ਤਾਂ ਇਸੇ ਦਰਮਿਆਨ ਹੀ ਜਦੋਂ ਪਾਰਕ ਵਿੱਚ ਦੀ ਉਹ ਲੰਘ ਰਿਹਾ ਸੀ ਤਾਂ ਉੱਥੇ ਦੋ ਨੌਜਵਾਨਾਂ ਨੇ ਉਹਨੂੰ ਘੇਰ ਲਿਆ ਤੇ ਉਹਦੇ ਕੋਲੋਂ ਉਹਦਾ ਮੋਬਾਈਲ, ਉਹਦਾ ਜੋ ਵੀ ਉਹਦੇ ਕੋਲ ਸਮਾਨ ਸੀ, ਪਰਸ ਸੀ, ਉਹ ਖੋਹਣ ਦੀ ਕੋਸ਼ਿਸ਼ ਕੀਤੀ। ਤੇ ਇਸੇ ਦੌਰਾਨ, ਹਾਲਾਂਕਿ ਇੱਥੇ ਦੀ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਲੋਕਾਂ ਨੂੰ ਵੀ ਜਦੋਂ ਕੋਈ ਇਹੋ ਜਿਹੀ ਘਟਨਾ ਹੋਵੇ, ਕੋਈ ਤੁਹਾਨੂੰ ਲੁੱਟਣ ਨੂੰ ਪਵੇ ਜਾਂ ਤੁਹਾਡੀ ਦੁਕਾਨ ਤੇ ਕੋਈ ਡਾਕਾ ਮਾਰੇ, ਤਾਂ ਤੁਸੀਂ ਉਹ ਤੋਂ ਪਿੱਛੇ ਹਟ ਕੇ ਖੜ ਜਾਓ ਤੇ ਉਹਨੂੰ ਕਹੋ ਭਾਈ ਤੁਸੀਂ ਜੋ ਲੈ ਕੇ ਜਾਣਾ ਲੈ ਜਾਓ, ਆਪਣੀ ਜਾਨ ਬਚਾਓ। ਪਰ ਸੁਣਨ 'ਚ ਇਹ ਆਇਆ ਕਿ ਉਹ ਨੌਜਵਾਨ ਨੇ ਉਹਨਾਂ ਦਾ ਵਿਰੋਧ ਕੀਤਾ, ਹੱਥੋਂ ਪਾਈ ਹੋਈ। ਤੇ ਇਸੇ ਦੌਰਾਨ ਜਦੋਂ ਇੱਕ ਜਾਣੇ ਦਾ ਹੱਥੋਂ ਪਾਈ ਕਰ ਰਿਹਾ ਸੀਗਾ ਤੇ ਦੂਜੇ ਜਾਣੇ ਨੇ ਉਹਦੇ ਕੋਲ ਇੱਕ ਚਾਕੂ ਸੀ ਤੇ ਉਹਨੇ ਉਹਦੀ ਪਿੱਠ 'ਚ ਚਾਕੂ ਮਾਰ ਦਿੱਤਾ ਤੇ ਉਹ ਜ਼ਖਮ ਇੰਨਾ ਗਹਿਰਾ ਲੱਗ ਗਿਆ ਕਿ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ। ਤੇ ਉਸ ਤੋਂ ਬਾਅਦ ਕਾਫੀ ਰੋਸ ਸੀਗਾ ਭਾਈਚਾਰੇ ਵਿੱਚ ਕਿ ਦਿਨ ਦਿਹਾੜੇ ਤਕਰੀਬਨ 3 ਵਜੇ ਦੁਪਹਿਰ ਨੂੰ ਇਹ ਕਤਲ ਹੋਇਆ। ਵੀ ਕੈਨੇਡਾ ਦੇ ਵਿੱਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਜਾਨ ਮਾਲ ਦੀ ਸੁਰੱਖਿਆ ਦਾ ਦਾਅਵਾ ਇੱਥੇ ਸਰਕਾਰਾਂ ਵੱਲੋਂ ਕੀਤਾ ਜਾਂਦਾ। ਉਸ ਤੋਂ ਬਾਅਦ ਪੁਲਿਸ ਨੇ ਇੱਕ 16 ਸਾਲ ਦੇ, ਹਾਲਾਂਕਿ ਇਹ ਕਿਹਾ ਗਿਆ ਕਿ ਇਹ ਕਿਸੇ ਤਰ੍ਹਾਂ ਵੀ ਪੰਜਾਬੀ ਭਾਈਚਾਰੇ ਨਾਲ ਸੰਬੰਧ ਨਹੀਂ ਰੱਖਦੇ, ਕਿਸੇ ਹੋਰ ਕੌਮ ਦੇ, ਕਿਸੇ ਹੋਰ ਰੰਗ ਦੇ ਮੂਲ ਦੇ ਇਹ ਬੱਚੇ ਨੇ। ਬੱਚੇ ਕਹਿ ਲਓ ਜਾਂ ਨੌਜਵਾਨ ਕਹਿ ਲਓ, 16 ਸਾਲ ਦੀ ਉਮਰ ਆ। ਇੱਕ ਨੂੰ ਤਾਂ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇੱਕ ਨੂੰ ਪੁਲਿਸ ਨੇ ਕੱਲ ਗ੍ਰਿਫਤਾਰ ਕੀਤਾ, ਜਾਣਕਾਰੀ ਅੱਜ ਜਾਰੀ ਕੀਤੀ ਗਈ ਹੈ। ਸੋ ਇਸ ਮਾਮਲੇ ਵਿੱਚ ਇਹਨਾਂ ਦੋਵਾਂ 16 ਸਾਲ ਦੇ ਜਿਹੜੇ ਇਹ ਬੱਚੇ ਸੀ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਖੈਰ ਇਹ ਤਾਂ ਕੈਨੇਡਾ ਦੀ ਚਰਚਾ ਹੋ ਗਈ ਜਸਵੀਰ ਜੀ। ਪਿਛਲੇ ਦਿਨੀ ਸ਼ਰਾਬ ਨੇ ਬਹੁਤ ਹਾਹਾਕਾਰ ਮਚਾਈ ਸੀ ਪੰਜਾਬ ਵਿੱਚ, ਜਿਹੜੀ ਜ਼ਹਿਰੀਲੀ ਸ਼ਰਾਬ ਸੀ, ਬਹੁਤ ਸਾਰੀਆਂ ਮੌਤਾਂ ਹੋਈਆਂ। ਹੁਣ ਸੁਣਿਆ ਕੋਈ ਸਰਕਾਰ ਨੇ ਨਵੀਂ ਪਾਲਿਸੀ ਦਾ ਐਲਾਨ ਕੀਤਾ ਇਹਨੂੰ ਜਿਹੜੀ ਕਾਲਾ ਬਾਜ਼ਾਰੀ ਰੋਕਣ ਲਈ ਸ਼ਰਾਬ ਦੀ। ਸ਼ਰਾਬ ਪੰਜਾਬ ਦੇ ਲਈ ਅਭਿਸ਼ਾਪ ਕਹਿ ਲਿਆ ਜਾਵੇ, ਸ਼ਰਾਬ ਕਹਿ ਲਿਆ ਜਾਵੇ, ਤੇ ਮੇਰਾ ਖਿਆਲ ਹੈ ਜੀ ਕੋਈ ਅਤਕਥਨੀ ਨਹੀਂ ਹੋਏਗੀ। ਕਿਉਂਕਿ ਸਮੱਸਿਆ ਇਹ ਹੈ ਕਿ ਜਦੋਂ ਸ਼ਰਾਬ ਬੰਦੀ ਦੀ ਗੱਲ ਚੱਲਦੀ ਹੈ, ਨਾ ਤਾਂ ਬਹੁਤੇ ਲੋਕ ਜਿਹੜੇ ਉਹਦੇ ਪੱਖ ਦੇ ਵਿੱਚ ਖੜਦੇ ਨਜ਼ਰ ਆਉਂਦੇ ਆ ਤੇ ਨਾ ਸਰਕਾਰਾਂ ਜੀ ਉਹਦੇ ਪੱਖ 'ਚ ਖੜਦੀਆਂ ਨਜ਼ਰ ਆਉਂਦੀਆਂ ਨੇ। ਕਿਉਂਕਿ ਸਰਕਾਰਾਂ ਨੂੰ ਤਾਂ ਇਹ ਲੱਗਦਾ ਆ ਕਿ ਜੇ ਠੇਕੇ ਨਾ ਖੁੱਲੇ, ਜੇ ਸ਼ਰਾਬ ਦੀ ਵਿਕਰੀ ਨਾ ਹੋਈ ਤੇ ਉਹ ਤਾਂ ਦੋ ਕਦਮ ਨਹੀਂ ਚੱਲ ਸਕਦੀਆਂ। ਉਹਨਾਂ ਦੀ ਤਾਂ ਆਰਥਿਕਤਾ ਹੀ ਸਾਰੀ ਜਿਹੜੀ ਆ ਉਹ ਸ਼ਰਾਬ ਦੇ ਆਸਰੇ ਦੇ ਉੱਤੇ ਚੱਲਦੀ ਆ। ਜਾਂ ਕਹਿ ਲਓ ਕਿ ਉਹਨਾਂ ਦੀ ਆਰਥਿਕਤਾ ਚੱਲਦੀ ਹੈ ਜਾਂ ਉਹਨਾਂ ਦੇ ਨੇੜੇ ਤੇੜੇ ਦੇ ਲੋਕਾਂ ਦੀ ਆਰਥਿਕਤਾ ਜਿਹੜੀ ਆ ਇਸ ਕਾਰੋਬਾਰ ਤੇ ਚੱਲਦੀ ਹੈ। ਪਰ ਪਿਛਲੇ ਦਿਨੀ 125 ਦੇ ਕਰੀਬ ਲੋਕਾਂ ਦੀ ਮੌਤ ਹੋਈ 3 ਜ਼ਿਲ੍ਹਿਆਂ ਦੇ ਵਿੱਚ, ਜਿਹੜਾ ਉਹ ਵੱਖਰੀਆਂ ਵੱਖਰੀਆਂ ਥਾਵਾਂ ਤੇ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਜਿਹੜਾ ਉਹ 125 ਦੇ ਕਰੀਬ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੋਕ ਆਪਣੀ ਜਾਨ ਗਵਾ ਗਏ ਤੇ ਕਈ ਜਿਹੜੇ ਆ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਬੈਠੇ। ਮਾਮਲਾ ਜੀ ਬਹੁਤ ਭਖਿਆ, ਸਿਆਸੀ ਤੌਰ ਤੇ ਵਿਰੋਧ ਹੋਇਆ ਸਰਕਾਰ ਦਾ, ਕਿੰਤੂ ਪਰੰਤੂ ਹੋਏ। ਹੁਣ ਉਸ ਸਭ ਤੋਂ ਬਾਅਦ, ਕਿਉਂਕਿ ਚਰਚਾ ਇਹ ਵੀ ਆਈ ਸੀਗੀ ਕਿ ਇਹ ਜਿਹੜੀ ਜ਼ਹਿਰੀਲੀ ਸਪਿਰਿਟ ਤੋਂ ਤਿਆਰ ਕੀਤੀ ਸੀ, ਐਥੇਨੋਲ ਤੋਂ ਤਿਆਰ ਕੀਤੀ ਸੀਗੀ, ਜਿਹੜੀ ਆਮ ਤੌਰ ਤੇ ਜਿਹੜੀਆਂ ਡਿਸਟਿਲਰੀਜ਼ ਦੇ ਵਿੱਚ ਸ਼ਰਾਬ ਤਿਆਰ ਕੀਤੀ ਜਾਂਦੀ ਆ, ਉੱਤੇ ਵੀ ਕਿਤੇ ਨਾ ਕਿਤੇ ਥੋੜੀ ਬਹੁਤੀ ਜਿਹੜੀ ਆ ਉਹ ਇਸਤੇਮਾਲ ਕੀਤੀ ਜਾਂਦੀ ਹੈ। ਕਿਉਂਕਿ ਉੱਥੇ ਉਹਨਾਂ ਦੇ ਜੀ ਕੋਲ ਸਿਸਟਮ ਪੂਰਾ ਹੁੰਦਾ ਆ, ਮਿਕਦਾਰ ਕਿੰਨੀ, ਕਿੱਥੇ, ਕਿਹੜੀ ਪਾਉਣੀ ਆ, ਉਹ ਸਾਰੀਆਂ ਚੀਜ਼ਾਂ ਤੈਅ ਹੁੰਦੀਆਂ ਨੇ। ਪਰ ਬਾਹਰ ਜਦੋਂ ਕੋਈ ਜੀ ਅਣਜਾਣ ਬੰਦਾ ਇਹਨਾਂ ਦੇ ਨਾਲ ਸ਼ਰਾਬ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਖਤਰਨਾਕ ਹੋ ਜਾਂਦੀ। ਨੀਮ ਹਕੀਮ ਖਤਰਾ ਏ ਜਾਨ, ਇੱਥੇ ਸਿੱਧੇ ਤੌਰ ਤੇ ਕਹਿ ਸਕਦੇ ਆਪਾਂ। ਹੁਣ ਇਸ ਜੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਆ ਕਿ ਜਿੱਦਾਂ ਸਪਿਰਿਟ ਵਿਕ ਰਹੀ ਆ ਬਾਹਰ, ਸ਼ਰੇਆਮ ਵਿਕ ਜਾਂਦੀ ਹੈ, ਜਿਸ ਤਰੀਕੇ ਨਾਲ ਐਥੇਨੋਲ ਜਿਹੜੀ ਆ ਇਹਨਾਂ ਨਜਾਇਜ਼ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ਤੱਕ ਪਹੁੰਚਦੀ ਨਜ਼ਰ ਆਈ ਹੈ। ਸੋ ਉਸ ਸਭ ਨੂੰ ਰੋਕਣ ਦੇ ਲਈ ਕਿ ਇਦਾਂ ਦੀ ਜ਼ਹਿਰੀਲੀ ਸ਼ਰਾਬ ਨਾ ਬਣਾਈ ਜਾਵੇ, ਜਿਹੜੀ ਸਪਲਾਈ ਹੈ ਜਦੋਂ ਡਿਸਟਿਲਰੀ ਤੋਂ, ਕਿਉਂਕਿ ਸਪਿਰਿਟ ਵੀ ਬਹੁਤੀ ਵਾਰੀ ਡਿਸਟਿਲਰੀਜ਼ ਜਿਹੜੀਆਂ ਉਹ ਬਣਾਉਂਦੀਆਂ ਨੇ ਔਰ ਜਿਹੜੇ ਉਹ ਹੋਰਨਾਂ ਥਾਵਾਂ ਤੱਕ ਪਹੁੰਚਦੀਆਂ ਨੇ। ਉਹ ਕਹਿੰਦੇ ਜਦੋਂ ਡਿਸਟਿਲਰੀ ਚੋਂ ਐਥੇਨੋਲ ਜਾਂ ਸਪਿਰਿਟ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਸ਼ਰਾਬ ਬਣਾਉਣ ਦੇ ਕੰਮ ਆਉਂਦੀਆਂ ਨੇ, ਇਹ ਨਿਕਲਣਗੀਆਂ ਤੇ ਜਿਸ ਕੰਟੇਨਰ ਦੇ ਵਿੱਚ, ਜਿਸ ਵਾਹਨ ਦੇ ਵਿੱਚ, ਜਿਸ ਬਕਸੇ ਦੇ ਵਿੱਚ ਇਹਨਾਂ ਨੂੰ ਲਿਜਾਇਆ ਜਾਏਗਾ, ਉਹਨਾਂ ਨੂੰ ਸੀਲਡ ਕੀਤਾ ਜਾਏਗਾ, GPS ਸਿਸਟਮ ਰੱਖਿਆ ਜਾਏਗਾ ਉਹਦੇ ਉੱਤੇ, ਔਰ ਨਾਲ ਦੀ ਨਾਲ ਡਿਸਟਿਲਰੀ ਦੇ ਵਿੱਚੋਂ ਸੀਲ ਕਰਨ ਤੋਂ ਬਾਅਦ ਜਿਹੜਾ ਇਹਨੂੰ ਬਾਹਰ ਕੱਢਿਆ ਜਾਏਗਾ ਤੇ ਇਹ ਵਾਹਨ ਜਿਹੜਾ ਲੈ ਕੇ ਜਾਏਗਾ, ਉਸ ਵਾਹਨ ਨੂੰ ਮੰਜ਼ਿਲ ਤੋਂ ਪਹਿਲਾਂ ਰੁਕਣ ਦੀ ਇਜਾਜ਼ਤ ਨਹੀਂ ਹੋਏਗੀ। ਬਸ ਸਿਰਫ ਐਮਰਜੈਂਸੀ ਦੇ ਹਾਲਾਤਾਂ ਦੇ ਵਿੱਚ 15 ਮਿੰਟ ਦੀ ਬ੍ਰੇਕ ਲੈ ਸਕਦਾ, ਜੇ ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ ਟਾਈਮ ਦੇ ਮੁਤਾਬਕ, ਉੱਥੇ 15 ਮਿੰਟ ਦੀ ਬ੍ਰੇਕ ਹੋਏਗੀ। ਔਰ ਜੇ ਕਿਤੇ ਕੋਈ ਦਿੱਕਤ ਆਉਂਦੀ ਹੈ, ਵਾਹਨ 'ਚ ਖਰਾਬੀ ਆਉਂਦੀ ਹੈ, ਤੇ ਤਾਂ ਵੀ ਉੱਚ ਅਧਿਕਾਰੀ ਇਮੀਡੀਏਟਲੀ ਉੱਥੇ ਪਹੁੰਚਣਗੇ। ਫਿਰ ਸਮਾਨ ਇੱਧਰ ਤੋਂ ਉੱਧਰ ਤਬਦੀਲ ਕੀਤਾ ਜਾਏਗਾ।
ਆਪ ਕੋਈ ਵੀ ਡਰਾਈਵਰ ਜਾਂ ਕੋਈ ਛੋਟਾ ਅਧਿਕਾਰੀ ਇਹ ਸਾਰਾ ਕੁਝ ਨਹੀਂ ਕਰ ਪਾਏਗਾ। ਫਿਰ ਉਸ ਤੋਂ ਬਾਅਦ ਜਿੱਥੇ ਉਸ ਤੇ ਪਹੁੰਚਾਇਆ ਜਾਣਾ ਹੈ ਉਸ ਸਮਾਨ ਨੂੰ, ਉੱਥੇ ਸੀਲ ਖੋਲੀ ਜਾਏਗੀ ਤੇ ਉਹਦਾ ਪੂਰਾ ਰਿਕਾਰਡ ਰੱਖਿਆ ਜਾਏਗਾ। 15 ਦਿਨ ਇਹਨਾਂ ਨੂੰ ਆਪਣਾ ਇਹ ਰਿਕਾਰਡ ਬਰਕਰਾਰ ਰੱਖਣਾ ਪਏਗਾ, ਕਿਉਂਕਿ ਕਿਸੇ ਵੇਲੇ ਵੀ ਕਿਸੇ ਤਰੀਕੇ ਦੀ ਵੀ ਜਿਹੜੀ ਆ ਉਹ ਜਾਂਚ ਕੀਤੀ ਜਾ ਸਕਦੀ ਆ। ਹੁਣ ਸ਼ਰਤਾਂ ਬਹੁਤ ਸਾਰੀਆਂ ਲਾ ਦਿੱਤੀਆਂ ਗਈਆਂ ਨੇ, ਮਾਪਦੰਡ ਬੜੇ ਤੈਅ ਕਰ ਦਿੱਤੇ ਗਏ ਨੇ, ਪਰ ਸਮੱਸਿਆ ਇਹ ਹੈ ਕਿ ਜਦੋਂ ਸਾਡੇ ਇੱਥੇ ਤਾਲੇ ਬਣਦੇ ਨੇ ਨਾ, ਉਹਦੀਆਂ ਡੁਪਲੀਕੇਟ ਚਾਬੀਆਂ ਸਾਡੇ ਬਹੁਤੇ ਲੋਕ ਜਿਹੜੇ ਆ ਉਹ ਪਹਿਲਾਂ ਬਣਾ ਲੈਂਦੇ ਆ। ਸਾਡੇ ਪੰਜਾਬ ਦੇ ਵਿੱਚ ਤਾਂ ਕਹਿ ਹੀ ਜਾਂਦਾ ਕਿ ਭਾਈ ਇਹ ਜਿਹੜੇ ਜਿੰਦਰੇ ਹੁੰਦੇ ਆ ਇਹ ਸਾਧਾਂ ਲਈ ਨਹੀਂ ਹੁੰਦੇ, ਇਹ ਚੋਰਾਂ ਲਈ ਹੁੰਦੇ ਆ, ਸਾਧਾਂ ਨੂੰ ਲੋੜ ਨਹੀਂ ਹੁੰਦੀ ਆ। ਤੇ ਇਹ ਚੋਰ ਜਿਹੜੇ ਆ, ਚੋਰ ਕੋਈ ਨਾ ਕੋਈ ਤੋੜ ਲੱਭ ਲੈਂਦੇ ਆ, ਸੋ ਇਸ ਕਰਕੇ ਇਹਦਾ ਵੀ ਕੋਈ ਨਾ ਕੋਈ ਤੋੜ ਲੱਭ ਲੈਣਗੇ। ਲੋੜ ਤਾਂ ਇਸ ਗੱਲ ਦੀ ਹੈ ਨਾ ਕਿ ਤੁਸੀਂ ਪਾਲਿਸੀ ਇਹੋ ਜਿਹੀ ਬਣਾਓ, ਸਥਿਤੀਆਂ ਇਦਾਂ ਦੀਆਂ ਪੈਦਾ ਕਰੋ ਕਿ ਨਾ ਇਸ ਤਰੀਕੇ ਨਾਲ ਸ਼ਰਾਬ ਦੀ ਸਮਗਲਿੰਗ ਹੋਵੇ। ਕਿਉਂਕਿ ਰਾਣਾ ਗੁਰਜੀਤ ਹੋਰਾਂ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਦੀ ਡਿਸਟਿਲਰੀ ਆਪਣੀਆਂ, ਉਹਨਾਂ ਨਾਲ ਗੱਲਬਾਤ ਕੀਤੀ ਕਿ ਭਾਈ ਤੁਹਾਡੇ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਕਿ ਤੁਹਾਡਾ ਬ੍ਰਾਂਡ ਜਿਹੜਾ ਆ ਉਹ ਡੁਪਲੀਕੇਟ ਹੋ ਕੇ ਜਿਹੜਾ ਆ ਉਹ ਲਾਕਡਾਊਨ ਦੇ ਦਰਮਿਆਨ ਵਿਕਿਆ ਆ। ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਸੀਗੀਆਂ, ਉਹ ਕਹਿੰਦੇ ਸਮਗਲਿੰਗ ਰੋਕਣ ਦਾ ਇੱਕੋ ਹੀ ਕੰਮ ਆ, ਸ਼ਰਾਬ ਸਸਤੀ ਕਰ ਦਿਓ। ਇਹਦੇ ਨਾਲ ਦੂਜੇ ਸੂਬਿਆਂ ਤੋਂ ਜਿਹੜੀ ਆਉਂਦੀ ਹੈ ਜਾਂ ਇੱਥੇ ਜਿਹੜੀ ਲਾਹਣ ਬਣਦੀ ਹੈ, ਉਹ ਸਾਰੀਆਂ ਚੀਜ਼ਾਂ ਬਣਨੀਆਂ ਬੰਦ ਹੋ ਜਾਏਗਾ। ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਬਿਜ਼ਨਸ ਦੇ ਤਰੀਕੇ ਨਾਲ ਉਸ ਤਰੀਕੇ ਨਾਲ ਸੋਚਦੇ ਹੋਣਗੇ, ਪਰ ਇਹ ਗੱਲ ਤੈਅ ਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸ਼ਰਾਬ ਦੀ ਸਮਗਲਿੰਗ ਹੁੰਦੀ ਹੈ, ਇਹ ਤਾਂ ਅਸੀਂ ਕਹਿ ਲੈਂਦੇ ਨਾ ਕਿ ਜ਼ਹਿਰੀਲੀ ਸ਼ਰਾਬ ਬਣਦੀ ਹੈ, ਇਹ ਅਸੀਂ ਕਹਿ ਲੈਂਦੇ ਹਾਂ ਕਿ ਲਾਹਣ ਵਿਕਦੀ ਹੈ, ਦੇਸੀ ਸ਼ਰਾਬ ਵੇਚੀ ਜਾ ਰਹੀ ਹੈ, ਇਹ ਗੈਰ ਕਾਨੂੰਨੀ ਆ। ਇਹ ਜਿਹੜੀ ਠੇਕਿਆਂ ਦੇ ਉੱਤੇ ਤੈਅ ਕੀਮਤ ਤੋਂ ਵੱਧ ਪੰਜਾਬ ਦੇ ਵਿੱਚ ਸ਼ਰਾਬ ਵੇਚੀ ਜਾਂਦੀ ਹੈ, ਕੀ ਇਹਨੂੰ ਨਹੀਂ ਮੰਨਿਆ ਜਾਏਗਾ? ਕੀ ਇਹਨੂੰ ਕਾਲਾ ਬਾਜ਼ਾਰੀ ਨਹੀਂ ਮੰਨਿਆ ਜਾਏਗਾ? ਕਿਉਂਕਿ ਬੋਤਲ ਤੇ ਕੀਮਤ ਕੁਝ ਹੋਰ ਲਿਖੀ ਹੁੰਦੀ ਹੈ, ਜਦੋਂ ਕੋਈ ਖਰੀਦਣ ਜਾਂਦਾ ਤੇ ਉਹਦੀ ਕੀਮਤ ਕੁਝ ਹੋਰ ਮਿਲਦੀ ਹੈ। ਪਿਛਲੇ ਦਿਨੀ ਅਦਾਲਤ ਨੇ ਇੱਕ ਵਾਰੀ ਫੈਸਲਾ ਸੁਣਾਇਆ ਸੀਗਾ ਕਿ ਭਾਈ ਜਿਹੜੀ ਸ਼ਰਾਬ ਵੇਚੀ ਜਾਏਗੀ ਉਹਦਾ ਪੱਕਾ ਬਿੱਲ ਕੱਟਿਆ ਜਾਏਗਾ। ਕਿਉਂ ਨਹੀਂ ਉਸ ਚੀਜ਼ ਨੂੰ ਲਾਗੂ ਕੀਤਾ ਜਾਂਦਾ? ਕਿਉਂ ਨਹੀਂ ਸਰਕਾਰ ਉਸ ਪਾਸੇ ਵੱਲ ਧਿਆਨ ਦਿੰਦੀ? ਇੱਕ ਤਾਂ ਪੱਕੇ ਬਿੱਲ ਦੇ ਨਾਲ ਕੀ ਹੋਏਗਾ, ਸਰਕਾਰ ਤੱਕ ਰੈਵਨਿਊ ਐਨ ਪੂਰਾ ਪਹੁੰਚੇਗਾ, ਉਹਦਾ ਲੇਖਾ ਜੋਖਾ ਪਹੁੰਚੇਗਾ, ਕੋਈ ਦਿੱਕਤ ਨਹੀਂ ਆਏਗੀ ਬਹੁਤੀ। ਦੂਜਾ, ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਸਹੀ ਕੀਮਤ ਤੇ ਸ਼ਰਾਬ ਮਿਲੇਗੀ, ਇਹ ਠੇਕੇਦਾਰ ਜਿਹੜੇ ਆ ਲੁੱਟ ਨਹੀਂ ਪਾਉਣਗੇ। ਹੁੰਦਾ ਕੀ ਹੈ ਕਿ ਇਹ ਗਰੁੱਪ ਬਣਾ ਲੈਂਦੇ ਆ ਜ਼ਿਲ੍ਹਿਆਂ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਉੱਤੇ, ਤੇ ਤੈਅ ਕਰ ਲੈਂਦੇ ਕਿ ਭਾਈ ਇੰਨੇ ਦੀ ਵੇਚਣੀ ਆ ਆਪਾਂ ਬੋਤਲ, ਕੀਮਤ ਭਾਵੇਂ ਇੰਨੀ ਆ। ਤੇ ਫਿਰ ਉਹਦੇ ਵਿੱਚ ਏਦਾਂ ਥੋੜੀ ਹੁੰਦਾ ਵੀ ਇਕੱਲਾ ਠੇਕੇਦਾਰ ਨੇ ਆਪਣੀ ਕਮਾਈ ਕਰਨੀ ਹੁੰਦੀ ਆ। ਉਹ ਕੀਮਤ ਦੇ ਵਿੱਚੋਂ ਜਿਹੜਾ ਆ ਉਹ ਕਿਤੇ ਨਾ ਕਿਤੇ ਹਿੱਸੇਦਾਰੀ ਜਿਹੜੀ ਆ ਉਹ ਆਬਕਾਰੀ ਵਿਭਾਗ ਨੂੰ ਵੀ ਜਾਂਦੀ ਹੋਏਗੀ, ਉਹ ਹਿੱਸੇਦਾਰੀ ਲੀਡਰ ਨੂੰ ਵੀ ਜਾਂਦੀ ਹੋਏਗੀ ਸਥਾਨਕ, ਉਹ ਹਿੱਸੇਦਾਰੀ ਜਿਹੜੀ ਆ ਉਹ ਪੁਲਿਸ ਦੇ ਕੁਝ ਮੁਲਾਜ਼ਮਾਂ ਨੂੰ ਵੀ ਜਾਂਦੀ ਹੋਏਗੀ। ਇਹ ਮਿਲੀ ਭੁਗਤ ਨਾਲ ਹੀ ਸਾਰਾ ਕੁਝ ਚੱਲਦਾ ਆ, ਕਿਤੇ ਕੱਲਾ ਠੇਕੇਦਾਰ ਇਹ ਸਾਰਾ ਕੁਝ ਕਰ ਸਕਦਾ? ਸਥਿਤੀਆਂ ਇਹ ਨੇ ਕਿ ਇਹ ਤੰਦ ਨਹੀਂ, ਪੂਰੀ ਦੀ ਪੂਰੀ ਤਾਣੀ ਉਲਝੀ ਹੋਈ ਹੈ, ਤੇ ਜੇ ਸੰਜੀਦਗੀ ਨਾਲ ਇਸ ਪਾਸੇ ਵੱਲ ਕੰਮ ਕੀਤਾ ਜਾਵੇ ਤੇ ਫਿਰ ਕੁਝ ਠੀਕ ਹੋਏਗਾ। ਇਹ ਸੀਲ ਕਰਨ ਦੇ ਨਾਲ ਆ ਕਰ ਦਿਆਂਗੇ, ਉਹ ਕਰ ਦਿਆਂਗੇ, ਕੱਲੇ ਇਹਨਾਂ ਦਾਅਵਿਆਂ ਦੇ ਨਾਲ ਗੱਲ ਨਹੀਂ ਬਣਨੀ। ਬਹੁਤ ਦਿਸ਼ਾਵੀ ਕੰਮ ਕਰਨੇ ਪੈਣਗੇ, ਬਹੁਤ ਸਾਰੇ ਕੋਣਾਂ ਤੇ ਹੁਣ ਜਿੱਥੇ ਖਾਮੀਆਂ ਹੈਗੀਆਂ, ਜਿੱਥੇ ਲੂਪ ਹੋਲਸ ਹੈਗੇ ਆ, ਉੱਥੇ ਕੰਮ ਕਰਨਾ ਪਏਗਾ। ਫਿਰ ਜਾ ਕੇ ਪ੍ਰਸਥਿਤੀਆਂ ਸੁਖਾਵੀਆਂ ਜਾਂ ਠੀਕ ਹੋ ਸਕਦੀਆਂ। ਬਿਨਾਂ ਉਹਨਾਂ ਖਾਮੀਆਂ ਨੂੰ ਦੂਰ ਕੀਤਿਆਂ ਆ ਇੱਕ ਦੋ ਫੈਸਲੇ ਲੈਣ ਨਾਲ ਗੱਲ ਜਿਹੜੀ ਆ ਉਹ ਟਿਕਾਣੇ ਤੇ ਨਹੀਂ ਆਉਣੀ। ਕਿਉਂਕਿ ਆ ਛਾਪੇਮਾਰੀਆਂ ਹੋਈਆਂ, ਆ ਲਾਂਡ ਡੋਲਦੀ ਆ ਪਿਛਲੇ ਦਿਨੀ ਆਸੇ-ਪਾਸੇ ਲੋਕਾਂ ਦੀ ਫੜ ਕੇ, ਤੇ ਇਹਦੇ ਨਾਲ ਕਹਿ ਲਈਏ ਕਿ ਸਾਰਾ ਕੁਝ ਨਹੀਂ। ਆ 6 ਮਹੀਨੇ ਰੌਲਾ ਰੂਲਾ ਪੈਣਾ ਆ, 6 ਮਹੀਨਿਆਂ ਬਾਅਦ ਫਿਰ ਉਸੇ ਲੀਹ ਤੇ ਆ ਜਾਣੀ ਆ ਗੱਡੀ, ਫਿਰ ਉਸੇ ਤਰੀਕੇ ਨਾਲ ਲਾਂਡ ਨਿਕਲਣੀ ਸ਼ੁਰੂ ਹੋਏਗੀ, ਫਿਰ ਉਸੇ ਤਰੀਕੇ ਨਾਲ ਨਜਾਇਜ਼ ਫੈਕਟਰੀਆਂ ਚੱਲਣੀਆਂ ਸ਼ੁਰੂ ਹੋ ਜਾਣੀਆਂ, ਫਿਰ ਉਸੇ ਤਰੀਕੇ ਨਾਲ ਜ਼ਹਿਰੀਲੀ ਸ਼ਰਾਬ ਬਣਨੀ ਸ਼ੁਰੂ ਹੋ ਜਾਣੀਆਂ। ਇਹ ਲਗਾਤਾਰਤਾ ਅਪਣਾਉਣੀ ਪੈਗੀ, ਗੱਲ ਬਣਨੀ ਆ, ਕਿਉਂਕਿ ਲਗਾਤਾਰਤਾ ਤਾਂ ਬਣੇਗੀ ਜੇ ਤੁਸੀਂ ਇਹ ਨੀਤੀ ਅਪਣਾਓ ਕਿ ਭਾਈ ਬਖਸ਼ਣਾ ਅਸੀਂ ਆਪਣਾ ਕੋਈ ਵਿਧਾਇਕ ਵੀ ਨਹੀਂ ਆ, ਬਖਸ਼ਣਾ ਅਸੀਂ ਆਪਣਾ ਕੋਈ ਮੰਤਰੀ ਵੀ ਨਹੀਂ ਆ, ਬਖਸ਼ਣਾ ਅਸੀਂ ਕੋਈ ਨੇੜੇ ਤੇੜੇ ਦਾ ਬੰਦਾ ਵੀ ਨਹੀਂ ਆ। ਜੇ ਉਹ ਇਦਾਂ ਦੇ ਮਾਮਲੇ 'ਚ ਲਿਪਤ ਪਾਇਆ ਗਿਆ, ਤੇ ਜਦੋਂ ਤੁਸੀਂ ਆਪਣਿਆਂ ਨੂੰ ਜਿਹੜਾ ਉਹ ਪੋਲੇ ਤੇ ਦੂਜਿਆਂ ਨੂੰ ਠੋਲੇ ਵਾਲੇ ਕੰਮ ਦੇ ਤਰੀਕੇ ਨਾਲ ਕੰਮ ਕਰੋਗੇ, ਤੇ ਫਿਰ ਮੈਨੂੰ ਲੱਗਦਾ ਕਿ ਸਥਿਤੀਆਂ ਇੰਨ ਬੇਨੀ ਚੱਲਣੀਆਂ, ਬਹੁਤਾ ਫਰਕ ਨਹੀਂ ਪੈਣਾ। ਜੀ ਜੀ, ਜਿਵੇਂ ਤੁਸੀਂ ਬਿਆਨ ਕੀਤਾ ਜਸਵੀਰ ਜੀ, ਐਂ ਤਾਂ ਲੱਗਦਾ ਕਿ ਤੁਹਾਨੂੰ ਪਾਲਿਸੀ ਤਾਂ ਇਵੇਂ ਬਣੀ ਆ ਜਿਵੇਂ ਕਿਸੇ ਬਾਹਰਲੇ ਮੁਲਕ 'ਚ ਬਣੀ ਹੁੰਦੀ ਆ ਕਿ ਇੰਨੇ ਟਾਈਮ ਤੇ ਨਿਕਲੂਗੀ, ਇੰਨਾ ਟਾਈਮ ਬ੍ਰੇਕ ਦਾ ਆ, ਤਾਂ ਫਿਰ ਉਸ ਤੋਂ ਬਾਅਦ ਪੂਰੀ ਨਿਗਾਹ 'ਚ ਰਹੂਗੀ ਪੁਲਿਸ ਅਧਿਕਾਰੀਆਂ ਦੇ। ਪਰ ਤੁਹਾਨੂੰ ਪਤਾ ਹੈ ਕਿ ਬਾਅਦ 'ਚ ਹੁੰਦਾ ਕੀ ਆ। ਤੇ ਖੈਰ, ਵੈਸੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਗੱਲ ਰਾਣਾ ਗੁਰਜੀਤ ਨੇ ਕੀ ਆ, ਜੇ ਉਹ ਤੇ ਅਮਲ ਕਰੋ, ਕਿਉਂਕਿ ਜਿਸ ਤਰ੍ਹਾਂ ਦਾ ਸ਼ਰਾਬ ਪੀਣ ਦਾ ਕਲਚਰ ਪੈਦਾ ਕੀਤਾ ਗਿਆ ਵਾ, ਉਹਦੇ ਨਾਲ ਜਿਹੜਾ ਹਰ ਬੰਦਾ ਸੋਚਦਾ ਵੀ ਜੇ ਸ਼ਾਮ ਨੂੰ ਨਾ ਪੀਤੀ ਤਾਂ ਮੇਰੀ ਸ਼ਾਮ ਖਰਿਆ ਸਿਰੇ ਨਹੀਂ ਚੜ੍ਹਨੀ। ਜੇ ਉਹ ਗੱਲ ਤੇ ਜਾਂ ਤਾਂ ਸ਼ਰਾਬ ਪੀਣ ਦਾ ਕਲਚਰ ਘਟਾਇਆ ਜਾਵੇ, ਜਾਂ ਵਾਕਈ ਫਿਰ ਸ਼ਰਾਬ ਸਸਤੀ ਕਰ ਦਿੱਤੀ ਜਾਵੇ। ਮੈਂ ਇਸੇ ਕਰਕੇ ਕਿਹਾ ਸਾਡੇ ਪੰਜਾਬ ਲਈ ਸਰਾਪ ਆ,
ਸਾਡੇ ਜੀ ਜਿਹੜਾ ਆ ਉਹ ਸ਼ਰਾਬ ਤਾਂ ਘਰਾਂ ਦੇ ਵਿੱਚ ਨਜ਼ਰ ਆ ਜਾਊਗੀ, ਕਿਤਾਬ ਨਜ਼ਰ ਨਹੀਂ ਆਉਂਦੀ, ਜਿਹਦੀ ਬਹੁਤ ਜੀ ਜ਼ਿਆਦਾ ਜ਼ਰੂਰਤ ਹੈ। ਬੌਧਿਕ ਪੱਧਰ ਤੇ ਸਾਡਾ ਪੰਜਾਬ ਬੰਜਰ ਹੁੰਦਾ ਜਾ ਰਿਹਾ, ਸੋ ਇਹ ਬਹੁਤ ਜੀ ਲਾਜ਼ਮੀ ਆ। ਪਰ ਫਿਰ ਵੀ ਜੇ ਮੰਨ ਕੇ ਚੱਲੀਏ ਕਿ ਭਾਈ ਮਜਬੂਰੀ ਹੈ, ਇੱਕ ਗਰੀਬ ਬੰਦਾ ਕਹਿੰਦਾ ਹੈ ਕਿ ਮੈਂ ਸਾਰੀ ਦਿਹਾੜੀ ਕੰਮ ਕੀਤਾ, ਹੱਡ ਭੰਨਵੀਂ ਮਿਹਨਤ ਕੀਤੀ ਹੈ, ਤੇ ਸ਼ਾਮ ਨੂੰ ਇਹ ਮੇਰੀ ਆਦਤ ਬਣ ਚੁੱਕੀ ਹੈ ਜਾਂ ਮੇਰੇ ਸਰੀਰ ਦੀ ਮਜਬੂਰੀ ਬਣ ਚੁੱਕੀ ਹੈ ਕਿ ਜਿੰਨੀ ਦੇਰ ਤੱਕ ਮੈਂ ਥੋੜਾ ਬਹੁਤਾ ਇਸ ਕੌੜੇ ਪਾਣੀ ਦਾ ਘੁੱਟ ਨਹੀਂ ਭਰਦਾ, ਉਨੀ ਦੇਰ ਤੱਕ ਨਾ ਤਾਂ ਮੈਨੂੰ ਨੀਂਦ ਆਉਂਦੀ ਹੈ, ਨਾ ਮੈਨੂੰ ਸਬਰ ਆਉਂਦਾ ਹੈ, ਤੇ ਨਾ ਮੇਰਾ ਸਰੀਰ ਜਿਹੜਾ ਉਹ ਥੋੜਾ ਜਿਹਾ ਢਿੱਲਾ ਪੈਂਦਾ, ਤੰਦਰੁਸਤ ਹੁੰਦਾ। ਜੇ ਉਹ ਮੰਨ ਕੇ ਜੀ ਚੱਲਦਾ ਹੈ, ਜੇ ਉਹਨੇ ਮਿੱਥ ਬਣਾ ਲਈ ਹੈ, ਤੇ ਫਿਰ ਉਹਨੂੰ ਜਿਹੜੀ ਸ਼ਰਾਬ ਦੀ ਅਵੇਲੇਬਿਲਿਟੀ ਹੋਏਗੀ, ਜੇ ਤਾਂ ਸਸਤੇ ਭਾਅ ਸਰਕਾਰੀ ਸ਼ਰਾਬ ਜਿਹੜੀ ਆ, ਜਿਹੜੀ ਕਾਨੂੰਨੀ ਮੰਨਦੇ ਆ, ਵੈਸੇ ਤਾਂ ਇਹ ਕਾਨੂੰਨੀ ਤੇ ਗੈਰ ਕਾਨੂੰਨੀ ਵਾਲਾ ਫੰਡਾ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਿਹੜੀ ਚੀਜ਼ ਗਲਤ ਆ ਉਹ ਚਾਹੇ ਕਾਨੂੰਨੀ ਹੈ ਤੇ ਚਾਹੇ ਗੈਰ ਕਾਨੂੰਨੀ ਆ, ਉਹਨੂੰ ਗਲਤ ਹੀ ਮੰਨਿਆ ਜਾਣਾ ਚਾਹੀਦਾ ਹੈ। ਤੁਸੀਂ ਜੀ ਕਾਨੂੰਨੀ ਦਾ ਲਬਾਦਾ ਪਵਾ ਕੇ ਉਹਨੂੰ ਠੀਕ ਸਾਬਤ ਨਹੀਂ ਕਰ ਸਕਦੇ। ਤੇ ਘੱਟੋ ਘੱਟ ਜਿਹੜੀ ਕਾਨੂੰਨੀ ਸ਼ਰਾਬ ਵਿਕਦੀ ਆ ਉਹਦਾ ਹੀ ਭਾਅ ਇੰਨਾ ਕੁ ਹੋਵੇ ਕਿ ਉਹਦੀ ਪਹੁੰਚ ਦੇ ਵਿੱਚ ਹੋਵੇ, ਤੇ ਉਹ ਪੀ ਸਕੇ, ਤੇ ਜੀ ਉਹਨੂੰ ਆ ਲਿਫਾਫਿਆਂ ਵਾਲੀ ਗੰਦੀ ਸ਼ਰਾਬ ਪੀਣ ਦੀ ਜਿਹੜੀ ਆ ਉਹ ਮਜਬੂਰੀ ਨਾ ਬਣੇ, ਤੇ ਉਹਦਾ ਕਰਕੇ ਉਹ ਆਪਣੀ ਜਾਨ ਨਾ ਗਵਾਵੇ। ਹੁਣ ਇਹ ਵੀ ਤਾਂ ਜੀ ਦੇਖਿਆ ਹੀ ਆ ਕਿ ਜੇ ਗਰੀਬ ਦੇ ਪੈਸੇ ਬਚਦੇ ਆ ਤੇ ਸਰਕਾਰ ਦੇ ਰੈਵਨਿਊ ਨੂੰ ਵੀ ਤਾਂ ਅਸਰ ਪੈਂਦਾ ਆ। ਬਹੁਤ ਸਾਰੇ ਅਫਸਰ, ਇਹ ਮੰਨਣ ਵਾਲੀ ਗੱਲ ਹੈ ਕਿ ਜਿੰਨੇ ਅਫਸਰ ਜਾਂਦੇ ਆ ਸਾਰੇ ਨਹੀਂ, ਜਿਹੜੇ ਉਹਨਾਂ ਚੋਂ ਪੀਣ ਖਾਣ ਵਾਲੇ ਹੈਗੇ ਆ, ਉਹ ਜਦੋਂ ਚੰਡੀਗੜ੍ਹ ਤੋਂ ਵਾਪਸ ਆਉਂਦੇ ਆ ਉਹਨਾਂ ਦੀਆਂ ਗੱਡੀਆਂ ਦੀਆਂ ਤਲਾਸ਼ੀਆਂ ਲੈ ਕੇ ਦੇਖ ਲਿਓ, ਇੱਕ ਦੋ ਜੀ ਬੋਤਲਾਂ ਜ਼ਰੂਰ ਨਿਕਲਣਗੀਆਂ ਹਰ ਕਿਸੇ ਦੀ ਗੱਡੀ ਦੇ ਵਿੱਚੋਂ। ਆ ਜਿਹੜੇ ਲੀਡਰ ਜੀ ਜਾਂਦੇ ਆ, ਜਿਹੜੇ ਥੋੜਾ ਬਹੁਤਾ ਪੀਣ ਖਾਣ ਵਾਲੇ ਹੋਣਗੇ, ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ, ਉਹਨਾਂ ਦੀਆਂ ਗੱਡੀਆਂ ਦੀ ਤਲਾਸ਼ੀ ਲੈ ਕੇ ਦੇਖ ਲਿਓ, ਨਿਕਲ ਉਹਨਾਂ ਦੇ ਕੋਲ ਵੀ ਆਉਣੀ ਆ। ਤੇ ਜੀ ਜਣਾ ਖਣਾ ਵੀ ਜਿਹਨੂੰ ਲੱਗਦਾ ਕਿ ਸੂਤ ਲੱਗ ਸਕਦਾ, ਉਹ ਵੀ ਚੰਡੀਗੜ੍ਹ ਤੋਂ ਏਦਾਂ ਹੀ ਸਸਤੀ ਸ਼ਰਾਬ ਲੈ ਕੇ ਆਉਂਦਾ, ਸਮਗਲ ਕਰਕੇ ਲੈ ਕੇ ਆਉਂਦਾ ਕਿ ਉੱਥੋਂ ਪਾਈ ਸਸਤੀ ਮਿਲਦੀ ਆ। ਹੁਣ ਜਿੰਨੇ ਜੀ ਹਰਿਆਣੇ ਦੇ ਨਾਲ ਬਾਰਡਰ ਪੈਂਦਾ ਆ, ਪੰਜਾਬ ਦਾ ਸਰਹੱਦ ਪੈਂਦੀ ਆ, ਜਿਹੜੀ ਹਿਮਾਚਲ ਨਾਲ ਸਰਹੱਦ ਪੈਂਦੀ ਆ, ਉਹਨਾਂ ਇਲਾਕਿਆਂ ਦੇ ਵਿੱਚ ਦੂਜੇ ਸੂਬਿਆਂ ਤੋਂ ਲਿਆ ਕੇ ਸ਼ਰਾਬ ਲੋਕ ਪੀਂਦੇ ਆ। ਕਿਉਂ? ਕਿਉਂਕਿ ਪੰਜਾਬ ਦੇ ਮੁਕਾਬਲੇ ਉੱਥੇ ਸਸਤੀ ਮਿਲਦੀ ਹੈ। ਤੇ ਜੀ ਉਹ ਜਿਹੜੀ ਦੂਜੇ ਸੂਬਿਆਂ ਦੀ ਸ਼ਰਾਬ ਆਉਂਦੀ ਹੈ, ਉਹਦੇ ਨਾਲ ਰੈਵਨਿਊ ਨੂੰ ਘਾਟਾ ਕਿਹਨੂੰ ਪੈਂਦਾ ਹੈ? ਪੰਜਾਬ ਸਰਕਾਰ ਨੂੰ ਹੀ ਪੈਂਦਾ ਹੈ। ਸੋ ਇਸ ਕਰਕੇ ਜੀ ਇਸ ਪਾਲਿਸੀ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਸਿੱਧੂ ਸਾਹਿਬ ਨੇ ਇਸ ਪਾਲਿਸੀ ਦੇ ਬਾਰੇ ਇੱਕ ਕੰਕਰੀਟ ਖਰੜਾ ਤਿਆਰ ਕਰਕੇ ਸਰਕਾਰ ਨੂੰ ਦਿੱਤਾ ਸੀਗਾ। ਉਹ ਗੱਲ ਵੱਖਰੀ ਹੈ ਜੀ ਕਿ ਕੈਪਟਨ ਸਾਹਿਬ ਨੂੰ ਨਾ ਸਿੱਧੂ ਪਸੰਦ ਆਇਆ, ਨਾ ਉਹਨਾਂ ਦਾ ਖਰੜਾ ਪਸੰਦ ਆਇਆ, ਤੇ ਉਸ ਤੋਂ ਬਾਅਦ ਜੀ ਸਥਿਤੀਆਂ ਇਹ ਨੇ, ਸਿੱਧੂ ਸਾਹਿਬ ਆਪਣੀ ਕੋਠੀ ਦੇ ਵਿੱਚ ਆਈਸੋਲੇਟ ਹੋ ਕੇ ਬੈਠੇ ਨੇ, ਤੇ ਸ਼ਰਾਬ ਦਾ ਰੈਵਨਿਊ ਜਿਹੜਾ ਆ ਉਹ ਥੋੜਾ ਜਿਹਾ ਸੁੰਗੜ ਕੇ ਰਹਿ ਗਿਆ ਆ। ਸੋ ਇਹ ਸਥਿਤੀਆਂ ਜਿਹੜੀਆਂ ਕਹਿ ਸਕਦੇ ਆ ਕਿ ਸਰਕਾਰ ਦੀ ਪਾਲਿਸੀ ਨਾਲ ਹੀ ਸੰਵਰਨੀਆਂ ਸੁਧਰਨੀਆਂ ਆ। ਜੇ ਪਾਲਿਸੀ ਠੀਕ ਤਰੀਕੇ ਨਾਲ ਬਣਾਈ ਜਾਵੇ, ਥੋੜਾ ਲੰਬਾ ਸੋਚ ਕੇ ਬਣਾਈ ਜਾਵੇ, ਤੇ ਫਿਰ ਕੋਈ ਇਹਦੇ ਦਾ ਅਸਰ ਜਿਹੜਾ ਨਜ਼ਰ ਆਏਗਾ। ਜੇ ਫੌਰੀ ਤੌਰ ਤੇ ਸਿਰਫ ਸਿਆਸੀ ਤੌਰ ਤੇ ਫੈਸਲੇ ਲੈਣੇ ਕਿ ਆਹ ਕਰਤਾ ਸੀ ਉਹ ਕਰਤਾ, ਤੇ ਲੋਕਾਂ ਨੂੰ ਲੱਗੇ ਸੱਚੀਓ ਹੀ ਸਖਤ ਹੋ ਗਈ ਹੈ ਸਰਕਾਰ, ਇਦਾਂ ਗੱਲ ਨਹੀਂ ਬਣਨੀ। ਜੀ ਜੀ ਬਿਲਕੁਲ। ਖਾਸ ਕਰਕੇ ਜਿਹੜੀ ਤੁਸੀਂ ਅਖੀਰ 'ਚ ਗੱਲ ਕਹੀ ਆ ਕਿ ਫੌਰੀ ਤੌਰ ਦੀ ਸਿਆਸਤ ਜਾਂ ਫਿਰ ਵੋਟ ਜਿਹੜੀ ਸਿਆਸਤ ਆ, ਉਹਨੂੰ ਧਿਆਨ 'ਚ ਰੱਖ ਕੇ ਜਿਹੜੀਆਂ ਪਾਲਿਸੀਆਂ ਬਣਦੀਆਂ ਨੇ, ਉਹਦੇ ਕਰਕੇ ਜਿਹੜਾ ਵਾ ਬਹੁਤ ਜ਼ਿਆਦਾ ਇਸ ਵਕਤ ਜਿਹੜਾ ਸਿਸਟਮ ਵਿੱਚ ਉਹ ਵਿਗਾੜ ਪੈਦਾ ਹੋਇਆ। ਖੈਰ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀਆਂ ਖਾਸ ਖਬਰਾਂ ਤੇ ਚਰਚਾ ਕੀਤੀ ਤੇ ਬਹੁਤ ਬੇਬਾਕੀ ਨਾਲ ਆਪਣੇ ਤੁਸੀਂ ਵਿਚਾਰ ਦਿੱਤੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਨਦੀਪ ਜੀ। ਜੀ ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਕੁਝ ਤਾਜ਼ਾ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਸੀ, ਅਤੇ ਜ਼ਰੂਰੀ ਸੀ ਕਿ ਤੁਹਾਨੂੰ ਵੀ ਇਹਨਾਂ ਖਬਰਾਂ ਦੇ ਪਿਛਲੇ ਜਿਹੜੀ ਸੱਚਾਈ ਉਹ ਦੱਸੀ ਜਾਵੇ। ਇਸੇ ਤਰ੍ਹਾਂ ਅਸੀਂ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ। ਕੱਲ ਨੂੰ ਫਿਰ ਕੁਝ ਖਾਸ ਖਬਰਾਂ ਲਾਂਗੇ ਤੇ ਕਰਾਂਗੇ ਉਹਨਾਂ ਤੇ ਵਿਚਾਰ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ TV ਪੰਜਾਬ।